ਇਹੋ ਜਿਹੇ ਪ੍ਰੋਗਰਾਮ ਇੰਟਰਨੈਸ਼ਨਲ ਸਟੂਡੈਂਟਸ ਨੂੰ 4 ਗੁਣਾ ਕੀਮਤ 'ਤੇ ਵੇਚੇ ਜਾ ਰਹੇ ਨੇ ਜਿਹੜੇ ਕੈਨੇਡਾ 'ਚ ਚੱਲਦੇ ਨਹੀਂ। ਜਿਹੜੇ ਕੈਨੇਡੀਅਨ ਬੱਚਿਆਂ ਨੂੰ ਇੱਥੇ ਰਹਿਣ ਵਾਲਿਆਂ ਨੂੰ ਜੋਬ ਨਹੀਂ ਦਵਾ ਸਕਦੇ, ਉਹ ਤੁਸੀਂ ਇੰਟਰਨੈਸ਼ਨਲ ਸਟੂਡੈਂਟ ਨੂੰ ਵੇਚ ਰਹੇ ਹੋ। ਜਿਹੜਾ ਕਸਟਮਰ ਹੈ ਜੀ ਕਿ ਉਹ ਲੈ ਰਿਹਾ ਕੇਸ ਨੂੰ ਸੋਚ ਕੇ ਲੈ ਰਿਹਾ, ਉਹ ਤਾਂ ਪੜ੍ਹਨ ਦੇ ਸਾਹਮਣੇ ਤਾਂ ਲੈ ਹੀ ਨਹੀਂ ਰਿਹਾ ਜੀ। ਉਹ ਤਾਂ ਕਹਿ ਰਿਹਾ ਮੈਨੂੰ ਇੱਥੇ ਕੈਨੇਡਾ ਆ ਜਾਵਾਂ, ਬਸ ਪਹਿਲਾਂ ਉਹਦਾ ਸੋਚਿਆ ਕਿ ਮੈਂ ਇੱਥੇ ਪਹੁੰਚ ਜਾਵਾਂ। ਜਦੋਂ ਇੱਥੇ ਆ ਜਾਂਦਾ ਫਿਰ ਉਸ ਤੋਂ ਅੱਗੇ ਫਿਰ ਉਹਨੂੰ ਖਿਆਲ ਆਉਂਦਾ ਕਿ ਮੈਂ ਹੁਣ PR ਵੀ ਲੈਣੀ ਆ, ਇਵੈਂਚੁਅਲੀ ਜੋਬ ਲੈਣੀ। ਪਹਿਲੀ ਗੱਲ ਤਾਂ ਜੀ ਜਿਹੜੇ ਪ੍ਰੋਗਰਾਮ ਵਿੱਚ ਪੜ੍ਹਿਆ ਪਹਿਲਾਂ ਤਾਂ ਉਹਨੇ ਉਹ ਜੇ ਰਾਹ ਹੀ ਨਹੀਂ ਫੜਿਆ ਤਾਂ ਉੱਦਾਂ ਦੇ ਪ੍ਰੋਗਰਾਮ ਵਿੱਚ ਜੋਬ ਕਿੱਦਾਂ ਮਿਲ ਜਾਊਗੀ। ਸਾਡਾ ਕਾਲਜ ਖੁਦ ਰੈਨੋਵੇਸ਼ਨ ਕੰਸਟਰਕਸ਼ਨ ਟੈਕਨੀਸ਼ੀਅਨਸ ਦਾ 8 ਮਹੀਨੇ ਦਾ ਪ੍ਰੋਗਰਾਮ ਅਸੀਂ ਰਨ ਕਰਦੇ ਹਾਂ। ਪੂਰਾ 2 ਬੈਡਰੂਮ ਦਾ ਘਰ ਵੇਅਰ ਹਾਊਸ ਦੇ ਵਿੱਚ ਬਣਾਉਂਦੇ ਆ ਇੱਕਦਮ ਸਕ੍ਰੈਚ ਤੋਂ ਲੈ ਕੇ। ਅੱਛਾ ਤੁਸੀਂ ਦੱਸੋ ਕਿ ਕਿੰਨੇ ਸਟੂਡੈਂਟ ਸਾਡੇ ਗ੍ਰੈਜੂਏਟ ਹੁੰਦੇ ਹੋਣਗੇ ਇੰਡੀਅਨ ਸਟੂਡੈਂਟਸ? ਦੂਸਰੀ ਕਮਿਊਨਿਟੀਜ਼ ਦੇ ਜ਼ਿਆਦਾ 10% ਸਿਰਫ ਇੰਡੀਅਨ ਸਟੂਡੈਂਟ ਸਾਡੇ ਕੋਲ ਜੀ। ਤੁਸੀਂ ਕਿਸੇ ਸ਼ਹਿਰ 'ਚ ਅਨਲਿਮਿਟਡ ਲੋਕਾਂ ਨੂੰ ਤਾਂ ਟੈਕਸੀ ਲਾਇਸੈਂਸ ਵੀ ਨਹੀਂ ਦੇ ਸਕਦੇ। ਬਿਲਕੁਲ ਸਾਰੀ ਮਾਰਕੀਟਿੰਗ ਤੁਹਾਡੀ ਖਤਮ ਹੋ ਜਾਏਗੀ। ਬਿਲਕੁਲ ਇਸੇ ਤਰ੍ਹਾਂ ਮਤਲਬ ਕਿਸੇ ਸ਼ਹਿਰ 'ਚ ਜਿਹੜੇ ਨਵੇਂ ਕਿਸੇ ਕੰਟਰੀ 'ਚ ਨਵੇਂ ਲੋਕ ਆ ਰਹੇ ਨੇ ਜੀ, ਉਹਨਾਂ ਦਾ ਨੰਬਰ ਵੀ ਬੜਾ ਕਰੂਸ਼ਲ ਚੀਜ਼ ਹੈਗੀ ਆ। ਜੇ ਤੁਸੀਂ ਇੱਕ ਸਰਟਨ ਨੰਬਰ ਤੋਂ ਵੱਧ ਲੋਕ ਹਰ ਸਾਲ ਬੁਲਾ ਲਓਗੇ ਸਟੂਡੈਂਟ, ਤਾਂ ਉਹ ਕਿਸੇ ਵੀ ਸਟੂਡੈਂਟ ਨੂੰ ਜੌਬ ਨਹੀਂ ਮਿਲੇਗੀ। ਜਿਵੇਂ ਉਹਦੀ ਇੱਕ ਐਗਜ਼ਾਮਪਲ ਇਹ ਹੈ ਕਿ ਜਦੋਂ ਦਾ ਗਵਰਨਮੈਂਟ ਨੇ ਅਨਾਉਂਸ ਕੀਤਾ ਕਿ ਇਹ 20 ਆਵਰ ਦੀ ਲਿਮਿਟ ਹਟਾਈ ਹੈ ਜੀ, ਉਹਦੇ ਨਾਲ ਐਕਚੁਅਲੀ ਸਟੂਡੈਂਟ ਨੂੰ ਪ੍ਰੋਬਲਮ ਆ ਗਈ ਕਿਉਂਕਿ ਹੁਣ ਜੌਬ ਸ਼ੇਅਰ ਨਹੀਂ ਹੁੰਦੀਆਂ। ਜਿਹੜਾ ਪਹਿਲਾਂ ਲੱਗਿਆ ਉਹ ਉਸੇ ਦੀ 40 ਘੰਟੇ ਦੀ ਹੋ ਗਈ, ਨਵੇਂ ਨੂੰ 20 ਵੀ ਨਹੀਂ ਮਿਲਦੇ। ਹੁਣ ਅਸੀਂ ਗੱਲਬਾਤ ਕਰਾਂਗੇ ਜੀ ਕਿ ਜਿਵੇਂ ਆਹ ਮੈਸੇਜ ਮੈਂ ਹੁਣੇ ਪੜ੍ਹਿਆ ਸੀਗਾ ਕਿ 8 ਸਟੂਡੈਂਟ ਨੇ ਕਹਿੰਦੇ ਮੈਂ 9 ਜਿਨ੍ਹਾਂ ਨੂੰ ਜਾਣਦਾ ਜਿਨ੍ਹਾਂ ਨੂੰ ਡਿਪਰੈਸ਼ਨ ਵਾਲੀ ਹਾਲਤ ਬਣੀ ਹੋਈ ਹੈ। ਸੋ ਇਹ ਤੇ ਬਹੁਤ ਕਹਾਣੀਆਂ ਨੇ ਤੇ ਔਰ ਇਹਨਾਂ ਨੂੰ ਲੈ ਕੇ ਬਹੁਤ ਗੱਲਬਾਤ ਸਾਡੀ ਕਮਿਊਨਿਟੀ 'ਚ ਹੁੰਦੀ ਹੈ। ਅਤੇ ਅੱਜ ਅਸੀਂ ਜ਼ਿਆਦਾ ਫੋਕਸ ਇਸ ਚੀਜ਼ 'ਤੇ ਕਰਾਂਗੇ ਕਿ ਸਟੂਡੈਂਟ ਇੰਟਰਨੈਸ਼ਨਲ ਸਟੂਡੈਂਟ ਵੀਜ਼ਾ ਪ੍ਰੋਗਰਾਮ ਜਿਹੜਾ ਕਿ ਸ਼ੁਰੂ ਜਦੋਂ ਕੀਤਾ ਗਿਆ ਸੀ ਜਾਂ ਇਹਦਾ ਜਿਹੜਾ ਓਰੀਜਨਲ ਖਿਆਲ ਸੀ ਉਹ ਬਹੁਤ ਖੂਬਸੂਰਤ ਇਹ ਪ੍ਰੋਗਰਾਮ ਸੀ ਔਰ ਇਹ ਬਹੁਤ ਅੱਛਾ ਇਹਦੀ ਕੰਟਰੀਬਿਊਸ਼ਨ ਹੋਈ ਵੀ ਹੈ ਇੱਕ ਹੱਦ ਤੱਕ ਅਤੇ ਹੋ ਵੀ ਸਕਦੀ ਹੈ। ਪਰ ਜਦੋਂ ਹਰ ਪ੍ਰੋਗਰਾਮ ਦੇ ਵਿੱਚ ਜਿਵੇਂ ਕਹਿੰਦੇ ਨੇ ਕੁਝ ਚੈਲੰਜਸ ਆਉਂਦੇ ਨੇ ਸਮੇਂ ਨਾਲ ਅਤੇ ਉਹਨੂੰ ਠੀਕ ਕਰਨ ਦੀ ਲੋੜ ਪੈਂਦੀ ਹੈ। ਸੋ ਇਸ ਵੇਲੇ ਜਿਹੜੇ ਲੋਕ ਐਜੂਕੇਸ਼ਨ ਸੈਕਟਰ ਨਾਲ ਜਾਂ ਇਸ ਵਰਲਡ ਨਾਲ ਜੁੜੇ ਨੇ ਉਹਨਾਂ ਦੀ ਕੀ ਰਾਏ ਹੈ ਕਿ ਕੀ ਬਦਲਣ ਦੀ ਲੋੜ ਹੈ, ਇਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਕੈਮਬਾਲ ਨੇ CIMT ਕਾਲਜ ਤੋਂ ਅਤੇ ਐਜੂਕੇਸ਼ਨ ਅਤੇ ਕਰੀਅਰ ਇਹਨਾਂ ਇਸ਼ੂ ਦੇ ਉੱਤੇ ਅਕਸਰ ਕੌਮੈਂਟ ਕਰਦੇ ਨੇ। ਕਮਲਜੀਤ ਜੀ ਗੁੱਡ ਮੋਰਨਿੰਗ। ਗੁੱਡ ਮੋਰਨਿੰਗ ਸ਼ਮੀਲ ਜੀ। ਅਤੇ ਇਹ ਜਿਹੜਾ ਪ੍ਰੋਗਰਾਮ ਹੈ ਇਹਦੀ ਇੱਕ ਕੰਟਰੀਬਿਊਸ਼ਨ ਹੈ ਬੜੀ ਬਿਨਾਂ ਸ਼ੱਕ ਬਹੁਤ ਵੱਡੀ ਜੀ। ਪਰ ਜਿਵੇਂ ਕਹਿੰਦੇ ਨੇ ਕਿ ਹਰ ਪ੍ਰੋਗਰਾਮ ਕੋਈ ਵੀ ਪ੍ਰੋਗਰਾਮ ਹੋਏ ਸਮੇਂ ਬਾਅਦ ਉਹਦੇ 'ਚ ਚੈਲੰਜਸ ਆਉਣੇ ਸ਼ੁਰੂ ਹੋ ਜਾਂਦੇ ਨੇ ਕਿਉਂਕਿ ਉਹਦਾ ਅਬਿਊਜ਼ ਸ਼ੁਰੂ ਹੋ ਜਾਂਦਾ ਜੀ। ਉਹਦੇ 'ਚ ਹੋਰ ਬਹੁਤ ਸਾਰੀਆਂ ਜਿਹੜੀਆਂ ਫੋਰਸ ਆ ਜਾਂਦੀਆਂ ਨੇ ਜਿਹੜੀਆਂ ਉਹਨੂੰ ਐਕਸਪਲੋਇਟ ਕਰਨ ਦੀ ਕੋਸ਼ਿਸ਼ ਕਰਦੀਆਂ। ਇਸ ਕਰਕੇ ਟਾਈਮ ਟੂ ਟਾਈਮ ਉਹਨੂੰ ਅਪਡੇਟ ਕਰਨ ਦੀ ਲੋੜ ਹੁੰਦੀ ਆ। ਤੁਸੀਂ ਕਿਉਂਕਿ ਖੁਦ ਐਜੂਕੇਸ਼ਨ ਸੈਕਟਰ 'ਚੋਂ ਤੁਸੀਂ ਆਪਣੇ ਐਜੂਕੇਸ਼ਨ ਵਾਲੀ ਸਾਈਡ ਤੋਂ ਜਿਹੜਾ ਤੁਹਾਡਾ ਐਕਸਪੀਰੀਅੰਸ ਹੈ ਉਹਦੇ ਆਧਾਰ ਦੇ ਉੱਤੇ ਸਾਨੂੰ ਦੱਸੋ ਵੀ ਤੁਹਾਨੂੰ ਕੀ ਲੱਗਦਾ ਕਿ ਮੇਜਰ ਚੈਲੰਜਸ ਕਿਹੜੇ ਨੇ ਇਸ ਵੇਲੇ। ਜਿਵੇਂ ਆਹ ਜੋਬ ਦੀ ਗੱਲ ਵੀ ਕਰ ਲਈਏ, ਉਹਨਾਂ ਦੇ ਸੈਟਲਮੈਂਟ ਦੇ ਇਸ਼ੂਜ਼ ਦੀ ਗੱਲ ਕਰ ਲਈਏ ਕਿ ਜਿਨ੍ਹਾਂ ਕਰਕੇ ਸਾਨੂੰ ਹੁਣ ਰੀਥਿੰਕ ਕਰਨ ਦੀ ਲੋੜ ਹੈ। ਜੀ ਬਿਲਕੁਲ। ਨੋ ਆਈ ਥਿੰਕ ਆਈ ਟੋਟਲੀ ਐਗਰੀ ਕਿ ਵੀ 2014 ਵਿੱਚ ਇਹ ਪ੍ਰੋਗਰਾਮ ਸ਼ੁਰੂ ਹੋਇਆ ਸੀਗਾ ਐਂਡ ਦੈਨ ਉਸ ਵੇਲੇ ਜਿਹੜਾ ਮੈਂਡੇਟ ਸੀਗਾ ਆਈ ਥਿੰਕ ਇਟਸ did very well to the economy, Canadian economy ਦੇ ਵਿੱਚ ਕਾਫੀ ਉਹਨੇ ਯੋਗਦਾਨ ਪਾਇਆ ਐਂਡ ਵੀ ਸੀ ਦੈਟ ਵੈਰੀ ਸਕਸੈਸਫੁਲੀ ਹੋਇਆ ਵੀ। ਐਂਡ ਆਈ ਐਗਰੀ ਕਿ ਵੀ ਕੋਈ ਵੀ ਜਦੋਂ ਕੋਈ ਚੀਜ਼ ਰੋਲ ਆਊਟ ਹੁੰਦੀ ਆ over the time that requires some reforms, some changes to be done actually. I think ਇਹਦੇ ਵਿੱਚ ਕਾਫੀ ਹੁਣ ਤਰੁੱਟੀਆਂ ਵਗੈਰਾ ਆ ਚੁੱਕੀਆਂ ਆ because there are so many parties are involved and ਮੇਰੇ ਖਿਆਲ ਦੇ ਵਿੱਚ ਸ਼ਮੀਲ ਜੀ I will just simply go to the point ਕਿ ਵੀ the whole program ਦੇ ਵਿੱਚ ਡਿਪੈਂਡੈਂਸੀ ਇਹ ਹੈ ਕਿ ਸਕਿੱਲਸ ਕਿ ਜਿਹੜਾ ਬੱਚਾ ਕਿਸੇ ਹੋਰ ਕੰਟਰੀ ਤੋਂ ਇੱਥੇ ਆ ਰਿਹਾ ਆ ਪਹਿਲੀ ਗੱਲ ਤਾਂ ਕਿ ਉਹ ਅਵੇਅਰ ਹੈਗਾ, ਡਜ਼ ਹਿਜ਼ ਓਬਜੈਕਟਿਵ ਇਜ਼ ਕਲੀਅਰ ਕਿ ਉਹਦਾ ਪਰਪਸ ਕੀ ਹੈ ਇੱਥੇ ਆਉਣ ਦਾ। ਪਰਪਸ ਇੱਥੇ ਆਉਣ ਦਾ ਕੀ ਇਹੀ ਹੈ ਕਿ ਮੈਨੂੰ ਇੱਥੇ ਪੜ੍ਹਨ ਤੋਂ ਬਾਅਦ ਮੈਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲ ਜਾਊਗਾ ਅਤੇ ਫਿਰ ਉਸ ਤੋਂ ਬਾਅਦ ਮੈਨੂੰ PR ਮਿਲ ਜਾਊਗੀ। ਕਿ ਇੱਥੇ ਤਾਂ ਹੀ ਗੱਲ ਮੁੱਕਦੀ ਆ ਕਿ ਬੱਚੇ ਦਾ ਸੁਪਨਾ ਹੈ ਕਿ ਵੀ ਨਹੀਂ ਮੈਂ ਤਾਂ ਕੈਨੇਡਾ ਜਾਣਾ ਆ, ਐਜੂਕੇਸ਼ਨ ਲੈਣੀ ਆ, ਸਕਿੱਲਸ ਲੈਣੀ ਆ ਜਿਹੜੀ ਮੇਰੀ ਹੋਮ ਕੰਟਰੀ ਵਿੱਚ ਮੈਨੂੰ ਨਹੀਂ ਮਿਲਦੀ, ਉਸ ਤੋਂ ਬਾਅਦ ਮੈਨੂੰ PR ਮਿਲੂਗੀ। ਉਸ ਤੋਂ ਬਾਅਦ ਮੈਨੂੰ ਜਾਂ ਉਸ ਤੋਂ ਪਹਿਲਾਂ ਆਈ ਥਿੰਕ PR ਤੋਂ ਵੀ ਪਹਿਲਾਂ ਮੈਨੂੰ ਆਪਣੀ ਪੜ੍ਹਾਈ ਦੀ ਲਾਈਨ ਦੇ ਵਿੱਚ ਜੋਬ ਮਿਲੇ। ਮੈਂ ਸੌਰੀ ਤੁਹਾਨੂੰ ਰੋਕ ਰਿਹਾ ਜੀ। ਜਿਹੜੇ ਟ੍ਰੇਡ ਦੇ ਵਿੱਚ ਜਿਹੜੇ ਕੋਰਸ ਦੇ ਵਿੱਚ ਇੰਟਰਨੈਸ਼ਨਲ ਸਟੱਡੀ ਕਰਦੇ ਨੇ ਸਟੂਡੈਂਟ ਜੀ, ਉਹਨਾਂ 'ਚੋਂ ਕਿੰਨੇ ਕੁ % ਹੋਣਗੇ ਕਿ ਉਸੇ ਸੈਕਟਰ 'ਚ ਜਾ ਕੇ ਕੰਮ ਕਰਦੇ ਨੇ?
I would say not more than 10%. ਅੱਛਾ, ਹਾਂਜੀ 90% ਕਿਸੇ ਹੋਰ ਪ੍ਰੋਫੈਸ਼ਨ 'ਚ ਆਪਣਾ ਕੰਮ ਲੱਭਦੇ ਨੇ। ਹਾਂਜੀ ਹਾਂਜੀ, ਬਿਕਾਜ਼ ਦੇ ਤੇ ਫਿਰ ਉਹਨਾਂ ਕੋਰਸਿਸ ਦਾ ਕੀ ਫਾਇਦਾ ਹੋਇਆ, ਵੀ ਤੇ ਸਵਾਲ ਉੱਠੇਗਾ ਨਾ। ਬਿਲਕੁਲ ਬਿਲਕੁਲ, ਉਹਨਾਂ ਦਾ ਕੋਰਸਿਸ ਦਾ ਕੋਈ ਫਾਇਦਾ ਨਹੀਂ ਜੀ, ਬਿਲਕੁਲ ਬਿਲਕੁਲ। ਸੋ ਦੂਸਰੇ ਪਾਸੇ ਇਹ ਵੀ ਹੈ ਕਿ ਵਾਈ ਕੈਨੇਡੀਅਨ ਬੱਚੇ ਜਾਂ ਡੋਮੈਸਟਿਕ ਸਟੂਡੈਂਟਸ ਦੇ ਆਰ ਨਾਟ ਰੀਅਲੀ ਗੋਇੰਗ ਫॉर ਦੋਜ਼ ਪ੍ਰੋਗਰਾਮਸ। ਐਕਚੁਅਲੀ ਦੋਜ਼ ਪ੍ਰੋਗਰਾਮਸ ਹੈਜ਼ ਬੀਨ, ਉਹ ਆਪਣੇ ਆਪ ਦੇ ਵਿੱਚ ਉਹ ਆਊਟਡੇਟਡ ਹੋ ਚੁੱਕੇ ਆ। ਯੂ ਨੋ ਬਿਗਰ ਇੰਸਟੀਟਿਊਸ਼ਨਸ, ਜਿਹੜੇ ਪਬਲਿਕ ਇੰਸਟੀਟਿਊਸ਼ਨਸ ਹੈਗੇ ਆ, their programs is also not being adopted to the changing employers demand, and ਉਹਦੇ ਵਿੱਚ ਉਹਨਾਂ ਦੀਆਂ ਵੀ ਹੋ ਸਕਦੀਆਂ ਕਮਜ਼ੋਰੀਆਂ ਹੋਈਆਂ ਹੋਣਗੀਆਂ, ਪਰ ਦੂਸਰੇ ਪਾਸੇ ਲੈਂਡਸਕੇਪ ਇਜ਼ ਥਿੰਗਸ ਆਰ ਚੇਂਜਿੰਗ ਸੋ ਰੈਪਿਡਲੀ, ਸਕਿੱਲ ਸੈਟ ਚੇਂਜ ਹੋ ਰਹੇ, ਐਕਸਪੈਕਟੇਸ਼ਨਸ ਆਫ employers are changing, not in Canada but globally. So how an education institutions will be able to serve the need of an employer, eventually ਗੱਲ ਤਾਂ ਗੱਡੀ ਉੱਤੇ ਖੜਕਦੀ ਹੈ ਨਾ ਜੀ, ਕਿ ਵੀ EMPLOYERS ਦੀ ਨੀਡ ਨੂੰ ਡਿਲੀਵਰ ਹੋ ਰਿਹਾ ਸਕਿੱਲ ਸੈਟ ਵਾਲਾ ਬੱਚਾ। ਇਹੋ ਜਿਹੇ ਪ੍ਰੋਗਰਾਮ ਇੰਟਰਨੈਸ਼ਨਲ ਸਟੂਡੈਂਟਸ ਨੂੰ 4 ਗੁਣਾ ਕੀਮਤ 'ਤੇ ਵੇਚੇ ਜਾ ਰਹੇ ਨੇ, ਜਿਹੜੇ ਕੈਨੇਡਾ 'ਚ ਚੱਲਦੇ ਨਹੀਂ। ਜਿਹੜੇ ਕੈਨੇਡੀਅਨ ਬੱਚਿਆਂ ਨੂੰ ਇੱਥੇ ਰਹਿਣ ਵਾਲਿਆਂ ਨੂੰ ਜੋਬ ਨਹੀਂ ਦਵਾ ਸਕਦੇ, ਉਹ ਤੁਸੀਂ ਇੰਟਰਨੈਸ਼ਨਲ ਸਟੂਡੈਂਟ ਨੂੰ ਵੇਚ ਰਹੇ ਹੋ। ਵੇਚਣਾ ਕਹਿ ਲਓ ਜੀ, ਪਰ ਆਫਰ ਤਾਂ ਹੈਗੀ ਆ ਨਾ, ਵੇਚੀ ਜਾ ਰਹੇ ਨੇ ਜੀ। ਇਸ ਗੱਲ ਨੂੰ ਕਿਸੇ ਵੀ ਮਰਜ਼ੀ ਸ਼ਬਦਾਂ 'ਚ ਕਹਿ ਲਓ। ਨਹੀਂ, ਵੇਚਣਾ ਇੱਕ ਹੁੰਦਾ ਹੈ, ਖਰੀਦਣਾ ਦੂਸਰੀ ਗੱਲ ਹੁੰਦੀ ਹੈ। ਜਿਹੜਾ ਕਸਟਮਰ ਹੈ ਜੀ, ਕਿ ਉਹ ਲੈ ਰਿਹਾ ਕੇਸ ਨੂੰ ਸੋਚ ਕੇ ਲੈ ਰਿਹਾ, ਉਹ ਤਾਂ ਪੜ੍ਹਨ ਦੇ ਸਾਹਮਣੇ ਤਾਂ ਲੈ ਹੀ ਨਹੀਂ ਰਿਹਾ ਜੀ। ਉਹ ਤਾਂ ਕਹਿ ਰਿਹਾ ਮੈਨੂੰ ਇੱਥੇ ਕੈਨੇਡਾ ਆ ਜਾਵਾਂ ਬਸ। ਪਹਿਲਾਂ ਉਹਦਾ ਸੋਚਿਆ ਕਿ ਮੈਂ ਇੱਥੇ ਪਹੁੰਚ ਜਾਵਾਂ। ਜਦੋਂ ਇੱਥੇ ਆ ਜਾਂਦਾ ਫਿਰ ਉਸ ਤੋਂ ਅੱਗੇ ਫਿਰ ਉਹਨੂੰ ਖਿਆਲ ਆਉਂਦਾ ਕਿ ਮੈਂ ਹੁਣ PR ਵੀ ਲੈਣੀ ਆ, ਇਵੈਂਚੁਅਲੀ ਜੋਬ ਲੈਣੀ। ਪਹਿਲੀ ਗੱਲ ਤਾਂ ਜੀ ਜਿਹੜੇ ਪ੍ਰੋਗਰਾਮ ਵਿੱਚ ਪੜ੍ਹਿਆ ਪਹਿਲਾਂ ਤਾਂ ਉਹਨੇ, ਉਹ ਜੇ ਰਾਹ ਹੀ ਨਹੀਂ ਫੜਿਆ ਤਾਂ ਉੱਦਾਂ ਦੇ ਪ੍ਰੋਗਰਾਮ ਵਿੱਚ ਜੋਬ ਕਿੱਦਾਂ ਮਿਲ ਜਾਊਗੀ ਉਹਨੂੰ? ਉਹਦਾ ਨਾ ਉਹਦੇ ਵਿੱਚ ਖਿਆਲ ਸੀਗਾ, ਜਾਂ ਜਿਹੜੇ ਉਹਨਾਂ ਨੇ ਸਲਾਹ ਦਿੱਤੀ ਨਾ ਉਹਨਾਂ ਨੇ ਦੱਸਿਆ। ਨੋਬਡੀ ਨੋਜ਼। ਐਂਡ ਦੈਨ ਇੰਡੀਆ ਦੇ ਵਿੱਚ ਜਾਂ ਕਿਸੇ ਡਿਵੈਲਪਿੰਗ ਕੰਟਰੀਜ਼ ਦੇ ਵਿੱਚ, ਜਿੱਥੇ ਕਿ ਸਿਸਟਮ ਇਜ਼ ਨਾਟ ਦੈਟ ਡਿਵੈਲਪਡ ਨਹੀਂ ਆ, ਇੰਨੀ ਦੂਰ ਤਾਈਂ ਸੋਚ ਲਿਜਾਣੀ, ਮੇਰੇ ਖਿਆਲ ਉੱਥੇ ਦੇ ਜਿਹੜੇ ਚੰਗੇ ਚੰਗੇ ਮਿਨਿਸਟਰ ਉਹਨਾਂ ਨੂੰ ਨਹੀਂ ਪਤਾ। ਜੇ ਇੰਨਾ ਪਤਾ ਹੁੰਦਾ ਤਾਂ ਆਪਣੀ ਕੰਟਰੀ ਨਹੀਂ ਫਿਕਸ ਕਰ ਲੈਂਦੇ। ਸਿਸਟਮਸ ਹੀਅਰ ਇਨ ਅ ਡਿਵੈਲਪਡ ਕੰਟਰੀ ਇਜ਼ ਸੋ ਡਿਵੈਲਪਡ ਕਿ ਤੁਹਾਨੂੰ ਜੋਬ ਦੇ ਵਿੱਚ ਹੁੰਦੇ ਵੀ ਤੁਹਾਨੂੰ ਉਸ ਸਿਸਟਮ ਦੇ ਵਿੱਚ ਬਣਨ ਦੇ ਵਿੱਚ ਟਾਈਮ ਲੱਗਦਾ ਹੈ। ਪਰ ਜੇ ਤੁਸੀਂ ਸਿਸਟਮ ਵਿੱਚ ਇੱਕ ਵਾਰੀ ਵੜ ਗਏ, ਦੈਨ ਨੋਬਡੀ ਕੈਨ ਸਟੋਪ ਯੂ ਟੂ ਗਰੋ ਐਜ਼ ਵੈਲ। ਦੋਨੋਂ ਚੀਜ਼ਾਂ ਹੁੰਦੀਆਂ, ਪਰ ਤੁਹਾਨੂੰ ਉਹਦੇ ਵਿੱਚ ਐਂਟਰ ਕਰਨ ਦੇ ਲਈ ਤਾਂ ਰੈਂਪ ਅਪ 'ਤੇ ਚੜ੍ਹਨਾ ਪੈਣਾ ਨਾ। ਜੇ ਅਸੀਂ ਹਾਈਵੇ ਦੇ ਉੱਤੇ ਮੈਂ ਚੜ੍ਹਨਾ ਚਾਹੁੰਦਾ ਆ, ਜਾਣਾ ਚਾਹੁੰਦਾ ਆ ਡਰਾਈਵ ਕਰਕੇ ਦੂਰ ਛੇਤੀ ਕਿਤੇ ਪਹੁੰਚਣਾ ਚਾਹੁੰਦਾ ਆ, ਤਾਂ ਮੈਨੂੰ ਇੱਕ ਸਾਈਡ ਸਟਰੀਟ ਲੈ ਕੇ ਤਾਂ ਰੈਂਪ 'ਤੇ ਤਾਂ ਚੜ੍ਹਨਾ ਪੈਣਾ ਨਾ। ਜੇ ਮੈਂ ਰੈਂਪ 'ਤੇ ਚੜ੍ਹਦਾ ਥੱਲੇ ਉੱਤਰ ਜਾਵਾਂ, ਹਾਊ ਡੂ ਆਈ ਰੀਚ ਟੂ ਮਾਈ ਡੈਸਟੀਨੇਸ਼ਨ? ਐਂਡ ਦੈਟਸ ਦ ਪ੍ਰੋਬਲਮ ਵਿਦ ਐਨ ਇੰਟਰਨੈਸ਼ਨਲ ਐਨੀ ਇਮੀਗ੍ਰੈਂਟਸ ਬੇਸਿਕਲੀ, ਬਿਕਾਜ਼ ਦੇ ਹੈਵ ਟੂ ਗੈਟ ਓਵਰ ਦ ਸਿਸਟਮ ਦੇ ਵਿੱਚ ਬਣਨਾ ਪੈਂਦਾ ਹੈ। ਉਹਦੇ ਲਈ ਜਾਂ ਤਾਂ ਉਹਨਾਂ ਕੋਲ ਸਕਿੱਲ ਸੈਟ ਬੜੀਆਂ ਸਟਰੋਂਗ ਹੋਣ, ਕਮਿਊਨੀਕੇਸ਼ਨ ਸਟਰੋਂਗ ਹੋਵੇ, ਉਹਨਾਂ ਦੇ ਐਥਿਕਸ ਵੀ ਚੰਗੇ ਹੋਣ, ਉਹਨਾਂ ਦਾ ਮੋਟੀਵੇਸ਼ਨ ਵੀ, ਕੌਨਫੀਡੈਂਸ ਵੀ ਹਾਈ ਹੋਵੇ, ਤਦੇ ਤੁਸੀਂ ਹਾਈਵੇ 'ਤੇ ਚੜ੍ਹ ਜਾਓਗੇ ਨਾ। ਨਹੀਂ ਤਾਂ ਇੱਥੇ ਵੀ ਡੋਮੈਸਟਿਕ ਦੇ ਨਾਲ ਤੁਸੀਂ ਕਿੱਦਾਂ ਕੰਪੀਟ ਕਰ ਜਾਓਗੇ? ਸੋ ਬੇਸਿਕਲੀ ਹੁਣ ਜਿਵੇਂ ਜੋਬ ਦੀ ਪ੍ਰੋਬਲਮ ਹੈ ਜਿਹੜੀ, ਇਹ ਅਕਸਰ ਅਸੀਂ ਸਭ ਤੋਂ ਵੱਧ ਸੁਣਦੇ ਹਾਂ। ਇੱਕ ਪਾਸੇ ਜੀ ਕਹਿੰਦੇ ਲੇਬਰ ਸ਼ਾਰਟੇਜ ਹੈ, ਦੂਜੇ ਪਾਸੇ ਜਿਵੇਂ ਹੁਣ ਵੀ ਮੈਂ ਐਗਜ਼ਾਮਪਲ ਦੇ ਕੇ ਹਟਿਆ ਕਿ ਉਹ ਕਹਿੰਦੇ ਜੀ ਸਾਨੂੰ ਜੋਬ ਨਹੀਂ ਮਿਲ ਰਹੀਆਂ ਸਟੂਡੈਂਟਸ ਨੂੰ ਜੀ। ਸੋ ਇਹਦਾ ਮਤਲਬ ਇਹ ਹੈ ਵੀ ਕਿਤੇ ਨਾ ਕਿਤੇ ਗੈਪ ਇਹ ਹੈ ਕਿ ਜਿਹੜੀਆਂ ਇਹ ਕੋਰਸਿਸ ਨੇ, ਜਿਹੜੀਆਂ ਪੜ੍ਹਾਈਆਂ ਨੇ, ਇਹਨਾਂ ਦਾ ਕੈਨੇਡੀਅਨ ਜੋਬ ਮਾਰਕੀਟ ਨਾਲ ਕੋਈ ਕਨੈਕਸ਼ਨ ਨਹੀਂ। ਦੇ ਆਰ ਆਊਟ ਆਫ ਲਿੰਕ, ਕਹਿ ਲਓ ਕਿ ਰੀਅਲਾਈਨਮੈਂਟ ਨਹੀਂ ਹੈ ਇਹਨਾਂ ਦੀ ਜੀ। ਐਂਡ ਸਭ ਤੋਂ ਜ਼ਿਆਦਾ ਆਈ ਵੁੱਡ ਸੇ ਕਿ ਵੀ ਜੇ ਨਾ ਇਹਨੂੰ ਅਸੀਂ ਥੋੜ੍ਹਾ ਜਿਹਾ ਫਰੇਮਵਰਕ ਨੂੰ ਸਮਝੀਏ ਕਿ ਜਦੋਂ ਕੋਈ ਇੰਟਰਨੈਸ਼ਨਲ ਸਟੂਡੈਂਟਸ ਇੱਥੇ ਆਉਂਦਾ ਆ, ਉਹਨੂੰ 2 ਸਾਲ ਪੜ੍ਹਦਾ ਹੈ ਤਾਂ ਉਹਨੂੰ 3 ਸਾਲ ਦਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲ ਜਾਂਦਾ ਹੈ ਜੀ। ਪੋਸਟ ਗ੍ਰੈਜੂਏਟ ਵਰਕ ਪਰਮਿਟ ਜਿਹੜਾ ਮਿਲਦਾ ਹੈ ਉਹ ਹੁੰਦਾ ਓਪਨ। ਮੈਂ ਲੈਟਸ ਸੇ ਕਿ ਆਇਆ, ਮੈਂ ਬਿਜ਼ਨਸ ਮੈਨੇਜਮੈਂਟ ਦਾ 2 ਸਾਲ ਦਾ ਕੋਰਸ ਕੀਤਾ, ਉਸ ਤੋਂ ਬਾਅਦ ਮੈਨੂੰ 3 ਸਾਲ ਦੇ ਓਪਨ ਵਰਕ ਪਰਮਿਟ ਮਿਲ ਗਿਆ। ਮੈਨੂੰ ਕਲੋਜ਼ਡ ਵਰਕ ਪਰਮਿਟ ਨਹੀਂ ਮਿਲਿਆ, ਮੈਨੂੰ ਓਪਨ ਮਿਲ ਗਿਆ ਕਿ ਵੀ ਹਾਂ ਤੂੰ ਵੀ ਕਿਸੇ ਵਿੱਚ ਵੀ ਕੰਮ ਕਰ, ਕਿਸੇ ਵੀ ਸੈਕਟਰ 'ਚ ਕੰਮ ਕਰ ਲੈ। ਅਤੇ ਮੈਂ ਜਿੱਥੇ 30, 35, 40 ਹਜ਼ਾਰ ਡਾਲਰ ਲਾਇਆ ਹੋਵੇ, ਹੋਰ ਮੇਰੀਆਂ ਐਕਸਪੈਕਟੇਸ਼ਨ ਗਲਤ ਸੀ, ਜਦੋਂ ਮੈਂ ਤੁਰਿਆ ਹੋਇਆ, ਮੇਰੇ ਕੋਲ ਹੋਰ ਇਨਫੋਰਮੇਸ਼ਨ ਨਾ ਹੋਵੇ, ਮੇਰਾ ਫਸਟ ਆਬਜੈਕਟਿਵ ਤਾਂ ਇਹ ਹੋਊਗਾ ਨਾ ਕਿ ਜਿਵੇਂ ਜੋ ਮਰਜ਼ੀ ਜੋਬ ਹੈ ਲੈ ਲਓ ਜੀ, ਆਈ ਹੈਵ ਟੂ ਸਰਵਾਈਵ। ਸੋ ਹੁਣ ਮੈਂ ਜੇ ਉੱਥੇ 2 ਸਾਲ 3 ਸਾਲ ਕਿਸੇ ਹੋਰ ਔਰ ਜੋਬ ਵਿੱਚ ਕਰ ਲੈਂਦਾ ਆ, ਮੈਂ ਤਾਂ ਉੱਦਾਂ ਹੀ ਡੀਰੇਲ ਹੋ ਗਿਆ ਆਪਣੀ ਮੇਨ ਲਾਈਨ ਦੇ ਉੱਤੇ। ਹਾਊ ਡੂ ਆਈ ਕਮ ਬੈਕ? ਆਈ ਥਿੰਕ ਦਿਸ, ਮੇਰੇ ਖਿਆਲ ਦੇ ਵਿੱਚ ਤਾਂ ਇਹ ਹੈ ਜੀ ਕਿ ਪੋਸਟ ਗ੍ਰੈਜੂਏਟ ਜਿਹੜਾ ਵਰਕ ਪਰਮਿਟ ਹੈ ਨਾ, ਓਪਨ ਨਹੀਂ ਹੋਣਾ ਚਾਹੀਦਾ। ਜੇ ਤੁਸੀਂ ਕਿਸੇ ਕਿੱਤੇ ਦੇ ਵਿੱਚ ਪੜ੍ਹਾਈ ਕੀਤੀ ਹੈ ਨਾ, ਯੂ ਹੈਵ ਟੂ ਫਾਈਂਡ ਅ ਜੋਬ ਇਨ ਦ ਸੇਮ ਲਾਈਨ। ਅਤੇ ਇਹ ਡੰਡਾ ਇੰਸਟੀਟਿਊਸ਼ਨਸ ਦੇ ਉੱਤੇ ਵੀ ਹੋਣਾ ਚਾਹੀਦਾ ਹੈ, ਅਤੇ ਇਹ ਜਿਹੜਾ ਸਟੂਡੈਂਟ ਆਇਆ ਉਹਦੇ 'ਤੇ ਵੀ ਹੋਣਾ ਚਾਹੀਦਾ ਆ ਕਿ ਵੀ ਤੁਹਾਨੂੰ ਇਸ ਲਾਈਨ ਦੇ ਵਿੱਚ ਜਿਹਦੇ ਵਿੱਚ ਪੜ੍ਹਾਈ ਕੀਤੀ ਆ,
ਅਗਲੇ 6 ਮਹੀਨੇ ਦੇ ਵਿੱਚ ਜਦੋਂ ਤੁਸੀਂ ਗ੍ਰੈਜੂਏਟ ਹੁੰਦੇ ਆ ਤਾਂ ਤੁਹਾਨੂੰ ਉਸ ਲਾਈਨ ਦੇ ਵਿੱਚ ਜੋਬ ਲੈਣੀ ਚਾਹੀਦੀ ਹੈ। ਜੇ ਤੁਸੀਂ ਨਹੀਂ ਮਿਲਦੀ then there is something wrong there। ਤੇ ਇਹ ਮਤਲਬ ਇਹਦੇ 'ਚ ਇਹ ਵੀ ਤਾਂ ਹੋ ਸਕਦਾ ਨਾ ਕਿ ਗਵਰਨਮੈਂਟ ਕੋਈ ਇੱਦਾਂ ਦਾ ਫਰੇਮਵਰਕ ਕਿਉਂ ਨਹੀਂ ਬਣਾਉਂਦੀ ਹੈ, ਬਣਾ ਸਕਦੀ ਹੈ ਕਿ ਜਿਹੜੀਆਂ ਇਹ ਕੋਰਸਿਸ ਨੇ ਇਹਨਾਂ ਨੂੰ ਡਾਇਰੈਕਟਲੀ ਲਿੰਕ ਕੀਤਾ ਜਾਏ ਇੰਡਸਟਰੀ ਨਾਲ। ਇੰਡਸਟਰੀ ਨੂੰ ਹਰ ਸਾਲ ਜਿਹੜੇ ਸੈਕਟਰ 'ਚ ਲੇਬਰ ਚਾਹੀਦੀ ਹੈ ਜਾਂ ਵਰਕਰ ਚਾਹੀਦੇ ਨੇ, ਜਿਹੜੀਆਂ ਸਕਿੱਲ ਚਾਹੀਦੀਆਂ ਨੇ, ਉਹਨਾਂ ਸਕਿੱਲਸ ਦੇ ਵਿੱਚ ਹੀ ਐਡਮਿਸ਼ਨ ਮਿਲੇ ਜੀ। ਬਿਲਕੁਲ ਉਹੀ ਐਡਮਿਸ਼ਨ ਉਹੀ ਉੱਥੋਂ ਕੋਰਸ ਪੂਰਾ ਕਰਕੇ ਉਸ ਇੰਡਸਟਰੀ 'ਚ ਜਾਣ। ਬੇਸਿਕਲੀ ਇੱਕ ਕਿਸਮ ਦੀ ਡਾਇਰੈਕਟ ਪਲੇਸਮੈਂਟ ਹੋਏ ਉੱਥੇ ਉਹਨਾਂ ਦੀ। ਬਿਲਕੁਲ ਆਈ ਥਿੰਕ ਵੀ ਆਰ ਰੀਚਿੰਗ ਟੂ ਦੈਟ ਪੁਆਇੰਟ ਨਾਓ। ਹੁਣ ਤਕਰੀਬਨ 2014 ਤੋਂ ਲੈ ਕੇ ਆਲਮੋਸਟ 10 ਸਾਲ ਹੋਣ ਨੂੰ ਆ ਗਿਆ ਤੇ 9 ਸਾਲ ਹੋ ਗਏ। I think we are reaching to the point, we all realizing that this program is not to just simply increase the population, but to attract the talent from. ਨਾਲੇ ਪਾਪੂਲੇਸ਼ਨ ਵਧਾਉਣ ਲਈ ਸਟੂਡੈਂਟ ਬਣਾਉਣ ਦੀ ਥੋੜਾ ਲੋੜ ਹੈ। ਹਾਂਜੀ ਉਹ ਤੇ ਤੁਸੀਂ ਰਸਤੇ ਖੋਲ ਦਿਓ, ਮਤਲਬ 6 ਮਹੀਨੇ 'ਚ ਭਰ ਦਿੰਦੇ ਇਸ ਕੰਟਰੀ ਨੂੰ। But I totally agree with you ਕਿ ਬਈ I think ਇਹਦੇ ਵਿੱਚ employers, education institutions and the governments and everybody has to be on the same page and ਇੱਕ alignment ਹੋਣੀ ਚਾਹੀਦੀ ਹੈ। Then I think ਇਹਦਾ ਮੈਨੂੰ ਲੱਗਦਾ ਹੈ ਕਿ ਵੀ ਇਹਦਾ ਜਿਹੜਾ outcome ਹੈ that will be very favorable and ਨਿਰਾਸ਼ਾ ਨਹੀਂ ਹੋਊਗੀ ਈਵਨ ਸਟੂਡੈਂਟ ਨੂੰ ਵੀ। ਉਹਨੂੰ ਪਹਿਲਾਂ ਹੀ ਪਤਾ ਹੋਊਗਾ ਕਿ ਵੀ ਇੱਦਾਂ ਮੇਰਾ ਰਾਹ ਜਾਣਾ ਹੈ। ਉਹ ਮੈਂਟਲੀ ਤਿਆਰ ਹੋ ਕੇ ਆਊਗਾ। ਉਹ ਇਹ ਨਹੀਂ ਆਊਗਾ ਕਿ ਵੀ ਮੈਂ ਗ੍ਰੇਡ 12 ਬਾਅਦ ਹੀ ਦੌੜ ਜਾਵਾਂ, ਕਿਉਂਕਿ ਉਹਨੂੰ ਪਤਾ ਹੈ ਕਿ ਵੀ ਮੇਰੇ ਚਾਂਸਿਸ ਆਫ ਸਕਸੈਸਫੁਲ ਬਹੁਤ ਘੱਟ ਹੋਣੇ, ਮੈਨੂੰ ਉੱਥੇ ਤਕਲੀਫਾਂ ਆਉਣੀਆਂ ਆ। I think this is what it is needed actually, and this need to be done is ਇਹ ਨਹੀਂ ਕਿ ਹੋਰ ਅਗਲੇ 9 ਸਾਲ ਅਸੀਂ ਫਿਰ ਉਹਨੂੰ I mean this has to be done faster। ਇਹਦਾ ਹੁਣ ਨਤੀਜੇ ਵੀ ਨਿਕਲ ਰਹੇ ਨੇ ਕਿ ਜਿਵੇਂ ਤੁਸੀਂ ਦੱਸਿਆ ਇਸ ਸਿਚੁਏਸ਼ਨ ਕਰਕੇ ਕਿ ਸਟੂਡੈਂਟ ਕੁਝ ਖਾਸ ਕਮਿਊਨਿਟੀ 'ਚ ਇਕੱਠੇ ਹੋ ਰਹੇ ਆ। ਬਿਲਕੁਲ ਉਹਨਾਂ ਸ਼ਹਿਰਾਂ ਦੀ ਪਾਪੂਲੇਸ਼ਨ ਵਧੀ ਜਾ ਰਹੀ ਹੈ, ਉੱਥੇ ਇਨਫਰਾਸਟਰਕਚਰ ਹੈ ਨਹੀਂ। ਜਿਵੇਂ ਹੁਣ ਬਰੈਂਪਟਨ ਇੱਕ ਟਿਪੀਕਲ ਐਗਜ਼ਾਮਪਲ ਹੈ ਜੀ। ਇਹ ਬੇਸਿਕਲੀ ਇਹ ਜਿਹੜਾ ਸਟੂਡੈਂਟ ਵੀਜ਼ਾ ਪ੍ਰੋਗਰਾਮ ਦੇ ਵਿੱਚ ਜਿਹੜਾ ਕੋਈ ਵਿਜ਼ਨ ਹੈ ਨਹੀਂ ਜੀ, ਉਹਦਾ ਨਤੀਜਾ ਇਹ ਹੈ ਕਿ ਇਸ ਕਿਸਮ ਦੀਆਂ ਅਸੀਂ ਗੈਟੋ ਕਮਿਊਨਿਟੀਜ਼ ਬਣਾ ਰਹੇ ਹਾਂ ਜੀ। ਬਿਲਕੁਲ ਇਹਦੇ ਵਿੱਚ ਮੇਰੇ ਖਿਆਲ ਦੇ ਵਿੱਚ ਜ਼ਿਆਦਾਤਰ ਹੱਥ ਜੀ ਪਬਲਿਕ ਇੰਸਟੀਟਿਊਸ਼ਨਸ ਦਾ ਹੈਗਾ, ਜਿਹੜੇ ਕਿ 26 ਪਬਲਿਕ ਇੰਸਟੀਟਿਊਸ਼ਨਸ ਹੈਗੇ ਓਨਟਾਰੀਓ ਦੇ ਵਿੱਚ। ਦੇ ਆਰ ਆਪਰੇਟਿੰਗ ਫਰੋਮ ਰਿਮੋਟ ਏਰੀਆ, ਸਡਬਰੀ ਐਂਡ ਦਿਸ ਐਂਡ ਦੈਟ ਵਿੰਡਸਰ। ਉਹਨਾਂ ਨੇ ਹਰੇਕ ਨੇ ਆਪਣੇ ਕਿਸੇ ਨਾ ਕਿਸੇ ਕਾਊਂਟਰ ਪਾਰਟ ਦੇ ਨਾਲ ਐਗਰੀਮੈਂਟ ਕਰਕੇ ਦੇ ਓਪਨ ਅਪ ਦੇਅਰ ਸ਼ਾਪਸ ਇਨ GTA ਐਂਡ ਸਿਟੀ ਕੋਲ ਆਲਰੇਡੀ ਉਹ ਪ੍ਰੋਬਲਮ ਉਹ ਇਸ ਕਰਕੇ ਹੈ ਕਿ ਕਾਲਜ ਤੇ ਮਤਲਬ ਹਰ ਕਾਲਜ ਨੂੰ ਤੁਸੀਂ ਅਲਾਉ ਕਰ ਦਿੱਤਾ ਜੀ, ਤੇ ਉਹ ਉਹਨਾਂ ਥਾਵਾਂ ਤੇ ਕਾਲਜ ਨੇ ਜਿੱਥੇ ਸਟੂਡੈਂਟ ਕੋਲ ਜੌਬ ਨਹੀਂ ਹੈ। ਬਿਨਾਂ ਜੌਬ ਦੇ ਉੱਥੇ ਉਹ ਰਹਿ ਨਹੀਂ ਸਕਦੇ। ਬਿਲਕੁਲ ਉਹਨਾਂ ਨੇ ਕੈਸ਼ ਤੇ ਜੌਬ ਕਰਨੀ, ਇਸ ਕਰਕੇ ਉਹ ਬਰੈਂਪਟਨ ਆਉਂਦੇ ਨੇ। ਬਿਲਕੁਲ ਇਹ ਸਾਰੀਆਂ ਚੀਜ਼ਾਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਜੀ। ਇਕੱਲੀ ਕਿਸੇ ਇੱਕ ਚੀਜ਼ ਨੂੰ ਫਿਕਸ ਨਹੀਂ ਕਰ ਸਕਦੇ। ਬਿਲਕੁਲ ਪਰਪਸ ਤਾਂ ਇਹ ਸੀਗਾ ਨਾ ਜੀ ਕਿ ਅਸੀਂ ਕੈਨੇਡਾ ਦੀ ਜਿਹੜੇ ਰੂਰਲ ਏਰੀਆ ਉਹਦੀ ਵੀ ਡਿਵੈਲਪਮੈਂਟ ਹੋਵੇ। ਕੋਈ ਬੰਦਾ ਜਦੋਂ ਬਾਹਰੋਂ ਆਉਂਦਾ ਤਾਂ ਉਹਦੀਆਂ ਇੱਕ ਆਮ GTA ਜਾਂ ਇੱਕ ਪਰਟੀਕੂਲਰ ਏਰੀਆ ਦੇ ਵਿੱਚ ਇੰਨੀਆਂ ਜ਼ਿਆਦੀਆਂ ਟਾਈ ਅਪਸ ਨਹੀਂ ਹੁੰਦੀਆਂ ਕਿ ਹਾਂ ਵੀ ਤੁਸੀਂ ਜਾਓ ਐਂਡ ਯੂ ਲਿਵ ਇਨ ਸਡਬਰੀ, ਯੂ ਲਿਵ ਇਨ ਵਿੰਡਸਰ, ਯੂ ਲਿਵ ਇਨ ਸਮ ਨਾਰਥ ਬੇ ਐਂਡ ਆਲ ਦੈਟ। ਉੱਥੇ ਰਹੋ, ਪੜ੍ਹੋ, 2 ਸਾਲ ਪੜ੍ਹੋਗੇ ਤਾਂ ਉਸ ਦੀ ਇਕੋਨਮੀ ਦੀ ਵੀ ਉਸ ਸਿਟੀ ਦੇ ਨੂੰ ਤੁਸੀਂ ਕੰਟਰੀਬਿਊਟ ਕਰਦੇ, ਐਂਡ ਦੈਨ ਓਨਲੀ ਦੈਟ ਏਰੀਆ ਵਿਲ ਬੀ ਡਿਵੈਲਪਡ। ਹੁਣ ਇਹ ਥੋੜ੍ਹੀ ਪਤਾ ਸੀਗਾ ਕਿ ਵੀ ਉਹ ਜਿਹੜੇ ਸਡਬਰੀ ਵਾਲੇ ਉਹਨਾਂ ਨੇ ਇੱਥੇ ਦੁਕਾਨਾਂ ਖੋਲ੍ਹ ਦੇਣੀਆਂ। ਨਾਲੇ ਦੇਖੋ ਗਵਰਨਮੈਂਟ ਨੇ ਇਹ ਵੀ ਤਾਂ ਆਪਣੇ ਆਪ ਨੂੰ ਮਤਲਬ ਕੌਨਸ਼ੀਅਸਲੀ ਆਪਣੇ ਆਪ ਨੂੰ ਭੋਲਾ ਬਣਾਇਆ ਹੋਇਆ, ਭਾਵੇਂ ਪਤਾ ਹੋਏ ਅੰਦਰੋਂ ਕਿ ਜੀ ਅਸੀਂ ਤਾਂ ਜੀ ਸਟੂਡੈਂਟ ਬੁਲਾ ਰਹੇ ਹਾਂ, ਉਹ ਤਾਂ ਪੜ੍ਹਨ ਆਏ ਨੇ, ਉਹਨਾਂ ਨੇ ਤਾਂ ਪੜ੍ਹ ਕੇ ਚਲੇ ਜਾਣਾ। ਆਪਣੇ ਆਪ ਨੂੰ ਇੱਕ ਝੂਠ ਬੋਲਿਆ ਹੋਇਆ। I agree. Most of the students but practically ਏਦਾਂ ਨਹੀਂ ਹੋ ਰਿਹਾ। ਜੇ ਉਹ ਵਾਕਈ ਸਟੂਡੈਂਟ ਹੋਣ ਤਾਂ then they should be able to find a job in the field of study. They're not able to find and then ਅੱਗੇ ਜਾ ਕੇ ਫਿਰ ਇਹੀ ਚੀਜ਼ਾਂ ਬਾਕੀ ਚੀਜ਼ਾਂ ਤੋਂ ਵੀ ਨਿਕਲ ਰਹੀਆਂ ਜੀ। ਫੋਰ ਐਗਜ਼ਾਮਪਲ ਪਾਪੂਲੇਸ਼ਨ ਹੋ ਗਈ। ਹੁਣ ਤੁਸੀਂ ਨਿਊਜ਼ ਦੱਸ ਕੇ ਹਟੇ ਆ, ਵਿਚਾਰੇ ਡਿਪਰੈਸ਼ਨ ਦਾ ਸ਼ਿਕਾਰ, ਕਿਉਂਕਿ ਉਹਨਾਂ ਦੀਆਂ ਐਕਸਪੈਕਟੇਸ਼ਨਸ ਕੁਛ ਸੀਗੀਆਂ, ਇੱਥੇ ਆ ਕੇ ਕੁਛ ਹੋਰ ਹੋ ਗਈਆਂ। ਟਾਈਮ ਨਿਕਲ ਚੁੱਕਾ ਆ, ਪੈਸੇ ਵੀ ਹੈ ਨਹੀਂ। ਐਨੀਬਡੀ ਆਪਣੇ ਦੋਨਾਂ ਵਰਗਾ ਵੀ ਕੋਈ ਬੰਦਾ ਹੋਵੇ ਉਹ ਵੀ ਇਸੇ ਚੈਲੰਜ, ਨਵੀਂ ਕੰਟਰੀ, ਐਵਰੀਥਿੰਗ ਇਜ਼ ਸੇਮ। ਹਜੇ ਤਾਂ ਚਲੋ ਠੀਕ ਹੈ, ਫਿਰ ਵੀ ਥੋੜ੍ਹਾ ਬਹੁਤ ਉਹਨਾਂ ਨੂੰ ਇੱਕ ਕੰਫਰਟ ਜ਼ੋਨ ਮਿਲ ਜਾਂਦਾ ਆ ਕਿ ਜੇ ਉਹ ਸਿਟੀ ਆਫ ਬਰੈਂਪਟਨ ਜਾਂ ਇਸ ਤਰ੍ਹਾਂ ਦੇ ਜਿਹੜੀ ਸਿਟੀਜ਼ ਵਿੱਚ ਰਹਿੰਦੇ ਆ। ਪਰ ਜੇ ਇਹ ਵੀ ਨਹੀਂ ਹੋਊਗਾ they will be out of sync completely. So that's very I mean this definitely requires a complete reform and that has to be changed if we want to make sure ਕਿ ਵੀ ਸਾਡੇ ਕੋਲ ਅਸੀਂ ਜੇ ਕੈਨੇਡੀਅਨ ਇੰਪਲੋਇਰਸ ਦੇ ਪੁਆਇੰਟ ਆਫ ਵਿਊ ਤੋਂ ਵੀ ਦੇਖੀਏ, ਜੇ ਅਸੀਂ ਚਾਹੁੰਦੇ ਹਾਂ ਕਿ ਕੈਨੇਡੀਅਨ ਇੰਪਲੋਇਰਸ ਕੋਲ ਟੈਲੈਂਟਡ ਵਰਕ ਫੋਰਸ ਮਿਲੇ ਤਾਂ ਉਹਨਾਂ ਨੂੰ
ਇਹ ਉਹਨਾਂ ਦੇ ਲਈ ਫਿਕਸ ਕਰਨ ਦਾ ਬਹੁਤ ਜ਼ਰੂਰੀ ਹੈ। ਅਦਰਵਾਈਜ਼ ਐਵਰੀ ਐਮਪਲੋਇਰਸ ਆਰ ਫੇਸਿੰਗ ਚੈਲੰਜਸ ਰਾਈਟ ਨਾਓ, ਈਵਨ ਰਿਸੈਸ਼ਨ ਦੇ ਵਿੱਚ there are so many job seekers and there are so many jobs. That means कि there is a talent is misaligned. ਆਪਣੇ ਆਪ 'ਚ ਇਸ ਚੀਜ਼ ਦੀ ਫੇਲਿਅਰ ਦੀ ਨਿਸ਼ਾਨੀ ਹੈ ਕਿ ਇੱਕ ਪਾਸੇ ਰੌਲਾ ਹੈ ਕਿ ਜੌਬ ਮਿਲ ਨਹੀਂ ਰਹੀਆਂ, ਬੰਦੇ ਨਹੀਂ ਮਿਲ ਰਹੇ, ਦੂਜੇ ਪਾਸੇ ਜੌਬਸ ਨਹੀਂ ਮਿਲ ਰਹੀਆਂ। ਤੇ ਨਾਲ ਅਸੀਂ ਇਹ ਕਹਿ ਰਹੇ ਹਾਂ ਕਿ ਸਾਡੀ ਆਬਾਦੀ ਵੱਧ ਗਈ ਹੈ ਬਹੁਤ। ਓਬਵੀਅਸਲੀ ਉਹਨਾਂ ਨੇ ਜਿਹੜਾ ਤੁਹਾਡਾ ਇਨਫਰਾਸਟਰਕਚਰ ਹੈ ਉਹਦੇ 'ਤੇ ਲੋਡ ਪਾ ਰਹੇ ਉਹ। ਇੱਕ ਤੁਸੀਂ ਗੱਲ ਕੀਤੀ ਸੀ ਵੀ ਓਪਨ ਪਰਮਿਟ ਵਰਕ ਪਰਮਿਟ ਦੀ ਬਜਾਏ ਕਲੋਜ਼ਡ ਵਰਕ ਪਰਮਿਟ ਹੋਣਾ ਚਾਹੀਦਾ। ਇੱਕ ਸੋਲਿਊਸ਼ਨ ਇਹ ਹੈ, ਉਹ ਵੀ ਇਕੱਲਾ ਆਪਾਂ ਨੂੰ ਆਈਸੋਲੇਸ਼ਨ 'ਚ ਦੇ ਸਕਦੇ, ਸਾਰੀਆਂ ਵੱਡੀਆਂ ਚੇਂਜਸ ਕਰਨੀਆਂ ਪੈਣਗੀਆਂ ਜੀ। ਸਿਮਰਨ ਆਪਣਾ ਕਮੈਂਟ ਹੈ ਕਿਸੇ ਦਾ ਕਿ ਓਪਨ ਵਰਕ ਪਰਮਿਟ ਨਾਲ ਤਾਂ ਸਾਨੂੰ ਜੌਬ ਨਹੀਂ ਮਿਲਦੀ, ਕਲੋਜ਼ ਨਾਲ ਕਿੱਥੋਂ ਮਿਲ ਜੂਗੀ? ਇੱਥੋਂ ਵੀ ਪ੍ਰੋਬਲਮ ਦੀ ਜਿਹੜੀ ਸੀਰੀਅਸਨੈਸ ਦਾ ਪਤਾ ਲੱਗਦਾ। ਬਿਲਕੁਲ ਜੀ, ਜਿੱਦਾਂ ਉਹ ਕਹਿ ਰਹੇ ਆ ਹੋਣਾ ਕੀ ਹੈ ਜੀ, ਜੇ ਕਲੋਜ਼ ਵਰਕ ਪਰਮਿਟ ਵਿੱਚ ਜੌਬ ਨਹੀਂ ਮਿਲੂਗੀ ਨਾ, ਕੱਲ੍ਹ ਨੂੰ ਫਿਰ ਉਹ ਜਿਹੜਾ ਇੰਸਟੀਟਿਊਸ਼ਨ ਹੈ ਉਹ ਵੀ ਬਲੈਕ ਲਿਸਟਡ ਹੋਊਗਾ। ਬੱਚਾ ਜਿਹੜਾ ਉੱਥੋਂ ਤੁਹਾਨੂੰ ਤੋਂ ਪਤਾ, ਉਹਨੂੰ ਪਤਾ ਹੈ ਕਿ ਮੇਰੇ ਚਾਂਸਿਸ ਜ਼ਿਆਦਾ ਆ ਉੱਥੇ, ਉਹਨੂੰ ਪਹਿਲਾਂ ਪਤਾ ਕਿ ਮੈਂ ਇਸ ਫੀਲਡ ਦੇ ਵਿੱਚ ਜਾ ਕੇ ਜੌਬ ਕਰਨੀ ਆ, ਮੈਂ PR ਇਕੱਲੀ ਨਹੀਂ ਲੈਣੀ। ਸੋ ਐਕਸਪੈਕਟੇਸ਼ਨ ਵਿਲ ਬੀ ਅਲਾਈਨਡ। ਫਿਰ ਉਨੇ ਸਟੂਡੈਂਟਾਂ ਨੂੰ ਵੀਜ਼ਾ ਮਿਲੂਗਾ ਜਿਨ੍ਹਾਂ ਦੇ ਲਈ ਜੌਬ ਹੋਊਗੀ ਇੱਥੇ, ਜਿਨ੍ਹਾਂ ਨੂੰ ਟੈਲੈਂਟ ਦਾ ਮਿਸਮੈਚ ਨਹੀਂ ਹੋਊਗਾ, ਟੈਲੈਂਟ ਦੀ ਅਲਾਈਨਮੈਂਟ ਹੋਊਗੀ ਐਟਲੀਸਟ। ਠੀਕ ਹੈ, ਨੰਬਰ ਆਫ ਸੋ ਜੌਬ ਉਹਨੂੰ ਐਡਮਿਸ਼ਨ ਉਹਨੂੰ ਹੀ ਮਿਲ ਰਹੀ ਹੈ ਜੀ ਇਹਨਾਂ ਪ੍ਰੋਗਰਾਮਾਂ ਦੇ ਤਹਿਤ, ਨਾਟ ਕਿ ਯੂਨੀਵਰਸਿਟੀਆਂ ਦੀ ਆਪਾਂ ਐਜੂਕੇਸ਼ਨ ਦੀ ਗੱਲ ਨਹੀਂ ਕਰ ਰਹੇ, ਜਿਹੜੇ ਇਹ ਟ੍ਰੇਡ ਕਾਲਜ ਨੇ, ਕਿ ਇਹਨਾਂ 'ਚ ਐਡਮਿਸ਼ਨ ਸਿਰਫ ਉਹਨਾਂ ਨੂੰ ਮਿਲੇਗੀ ਜਿਨ੍ਹਾਂ ਕੋਲ ਅੱਗੇ ਨਾਲ ਜੌਬ ਬਿਲਕੁਲ ਦੀ ਪੱਕੀ ਗੁੰਜਾਇਸ਼ ਹੋਏਗੀ। ਅੱਛਾ, ਇੱਕ ਦੂਸਰੇ ਪਾਸੇ ਇਹ ਵੀ ਹੈ ਜੀ, ਜਿੰਨੇ ਵੀ ਕਾਲਜਿਸ ਹੈਗੇ ਆ, ਆਈ ਥਿੰਕ ਇਨਕਲੂਡਿੰਗ ਯੂਨੀਵਰਸਿਟੀਜ਼ ਐਜ਼ ਵੈਲ ਔਰ ਇੰਸਟੀਟਿਊਸ਼ਨਸ, ਦੇਰ ਇਜ਼ 5 KPIs ਆ ਜਿਹੜੀ ਗਵਰਨਮੈਂਟ ਨਾਲ ਰੈਗੂਲੇਟ ਕਰਦੀ ਹੈ, ਪ੍ਰੋਵਿੰਸ਼ੀਅਲ ਲੈਵਲ 'ਤੇ ਹੁੰਦੀਆਂ। ਤਾਂ ਇੱਕ ਸਭ ਤੋਂ ਇੰਪੋਰਟੈਂਟ KPI ਰੈਗੂਲੇਟ ਕਰਦੀ ਕਿ ਇੰਪਲੋਇਮੈਂਟ ਇਨ ਦ ਫੀਲਡ ਆਫ ਸਟੱਡੀ। ਮਤਲਬ ਜੇ ਇੱਕ ਸਰਟਨ ਪੋਰਸ਼ਨ ਤੋਂ ਥੱਲੇ ਤੁਹਾਡੀ ਹੋ ਜਾਂਦੀ ਆ, ਮੇਰੇ ਖਿਆਲ ਦੇ ਵਿੱਚ ਉਸ ਕਾਲਜ ਦਾ ਲਾਇਸੈਂਸ ਹੀ ਕੈਂਸਲ ਕਰ ਦੇਣਾ ਚਾਹੀਦਾ, ਕਿ ਸੋ ਦੈਟ ਉਹਨੂੰ ਪਤਾ ਹੈ ਕਿ ਵੀ ਤੁਸੀਂ ਬਿਜ਼ਨਸ ਮੈਨੇਜਮੈਂਟ ਤੋਂ ਤੁਹਾਡੇ ਸਟੂਡੈਂਟ 100 ਗ੍ਰੈਜੂਏਟ ਨਿਕਲੇ, ਉਹਦੇ ਵਿੱਚੋਂ ਜੇ ਤੁਸੀਂ ਮੰਨਿਆ 25% ਚੇਂਜ ਕਰ ਲੈਂਦੇ ਆ ਨਾਲ ਦਾ, ਉਹਦੇ ਵਿੱਚ ਜੇ ਤੁਹਾਡੀ ਉਹ ਜਿਹੜੀ ਐਮਪਲੋਇਮੈਂਟ ਰੇਟ ਇਨ ਦ ਫੀਲਡ ਆਫ ਸਟੱਡੀ 75% ਤੋਂ ਘੱਟਦੀ ਆ, ਡੂ ਨਾਟ ਰੀਨਿਊ ਦੇਅਰ ਪ੍ਰੋਗਰਾਮ ਨੈਕਸਟ ਟਾਈਮ। ਬਿਲਕੁਲ, ਉਹਨਾਂ ਨੂੰ ਕਹੋ ਕਿ ਵੀ ਤੁਹਾਡਾ ਬਿਜ਼ਨਸ ਮੈਨੇਜਮੈਂਟ ਦਾ ਪ੍ਰੋਗਰਾਮ ਤਾਂ ਅੱਗੇ ਤੁਹਾਡੇ ਬੱਚੇ ਗ੍ਰੈਜੂਏਟ ਹੋ ਕੇ ਵਿਹਲੇ ਬੈਠੇ ਆ, ਕਿਤੇ ਹੋਰ ਗਏ ਹੋਏ ਆ, I cannot renew this as well. And then this kind of a provisions ਹੈਗੇ ਆ, ਕਿਉਂਕਿ we run the college, we know that there is a KPIs that governs us and that regulate ਵੀ ਗਵਰਨਮੈਂਟ ਨੂੰ ਤੇ ਇਹ ਤੇ ਬੜਾ ਈਜ਼ੀ ਹੈ ਗਵਰਨਮੈਂਟ ਲਈ ਰਿਵਿਊ ਕਰਨਾ ਜੀ, ਕਿ ਜਿਹੜੇ ਪਿਛਲੇ ਸਾਲਾਂ ਜਿਹਨਾਂ ਟ੍ਰੇਡਸ ਦੇ ਵਿੱਚ ਕਾਲਜ ਸਟੂਡੈਂਟ ਆਏ ਨੇ, ਜੇ ਉਹ ਉਹਨਾਂ ਟ੍ਰੇਡਸ ਦੇ ਵਿੱਚ ਨਹੀਂ ਉਹਨਾਂ ਨੂੰ ਜੌਬ ਮਿਲ ਰਹੀ, ਤੇ ਉਹ ਪ੍ਰੋਗਰਾਮ ਬੰਦ ਕੀਤੇ ਜਾਣ। ਬਿਲਕੁਲ ਤੇ ਉਹਨਾਂ 'ਚ ਤੁਸੀਂ ਐਡਮਿਸ਼ਨ ਉਹਨਾਂ ਪ੍ਰੋਗਰਾਮਾਂ ਦੇ ਬੇਸ ਦੇ ਉੱਤੇ ਸਟੂਡੈਂਟ ਨੂੰ ਸਟੱਡੀ ਪਰਮਿਟ ਦੇਣਾ ਬੰਦ ਕਰੋ। ਨਹੀਂ, ਉਸ ਪ੍ਰੋਗਰਾਮ ਦੇ ਵਿੱਚ ਤੁਸੀਂ ਨੰਬਰ ਆਫ ਐਨਰੋਲਮੈਂਟ ਘਟਾ ਦਿਓ ਨਾ, ਕਿ 100 ਦੇ ਥਾਂ ਅਸੀਂ ਹੁਣ 10 ਹੀ ਲਵਾਂਗੇ, ਐਟਲੀਸਟ 10 ਦੇ ਵਿੱਚੋਂ 8 ਨੂੰ ਤਾਂ ਜੌਬ ਮਿਲੂਗੀ ਨਾ। ਨਾਲੇ ਤਾਂ ਨਾਲੇ ਜਿਹੜੇ 8 ਨੂੰ ਲੈਣਾ ਤਾਂ ਉਹਨਾਂ ਦੀ ਅਸੈਸਮੈਂਟ ਵੀ ਉਹਦੇ ਹਿਸਾਬ ਦੇ ਨਾਲ ਹੋਣ ਕਿ ਵੀ ਉਹਦੇ ਲਈ ਕੁਆਲੀਫਾਈ ਵੀ ਕਰਦੇ ਆ ਸਟੂਡੈਂਟਸ। ਸੋ ਦਿਸ ਇਨਫੋਰਮੇਸ਼ਨ ਹੈਜ਼ ਟੂ ਗੋ ਆਊਟ ਟੂ ਦ ਸਟੂਡੈਂਟ ਐਜ਼ ਵੈਲ ਟੂ ਬੀ ਅਵੇਅਰ ਆਫ ਇਟ। ਪਰ ਸ਼ਮੀਲ ਜੀ, ਪ੍ਰੋਬਲਮ ਇਹ ਹੈ ਨਾ, ਜਦੋਂ ਅਸੀਂ ਆਊਟ ਆਫ ਕੈਨੇਡਾ ਇਸ ਚੀਜ਼ਾਂ ਦੀ ਗੱਲਾਂ ਕਰਦੇ ਹਾਂ, ਜਿਹੜਾ ਬੱਚਾ ਇੰਡੀਆ, ਪਾਕਿਸਤਾਨ ਜਾਂ ਹੋਰ ਕੰਟਰੀ ਦੇ ਵਿੱਚ ਹੈਗਾ, ਉਹਦਾ ਪਰਪਸ ਤਾਂ ਕੈਨੇਡਾ ਦੇ ਵਿੱਚ ਆਉਣਾ ਹੁੰਦਾ ਨਾ। ਉਹ ਬੇਸਿਕਲੀ ਉਹਦਾ ਕੰਸਰਨ ਇਹ ਤੇ ਹੈ ਹੀ ਨਹੀਂ, ਉਹਦੀ ਤੇ ਜਿਹੜਾ ਟਾਰਗੇਟ ਹੈਗਾ ਵੀ ਮੈਨੂੰ PR ਮਿਲਣੀ ਚਾਹੀਦੀ ਹੈ, ਭਾਵੇਂ ਕਿਵੇਂ ਮਰਜ਼ੀ ਮਿਲ ਜਾਏ। ਉਹ PR ਵੀ ਬਾਅਦ ਹੈ, ਮੈਨੂੰ ਵੀਜ਼ਾ ਮਿਲਣਾ ਚਾਹੀਦਾ, ਪਹਿਲਾਂ ਤਾਂ ਵੀਜ਼ਾ ਮਿਲਣਾ ਚਾਹੀਦਾ। ਜਦੋਂ ਵੀਜ਼ਾ ਮਿਲ ਜਾਂਦਾ ਫਿਰ ਅਗਲਾ ਸਟੈਪ। ਸੋ ਜੇ ਤੁਸੀਂ ਸੋਚ ਹੀ ਤਾਂ ਅਸੀਂ ਸਾਡੀ ਲਿਮਿਟਿਡ ਆ, ਵੀਜ਼ੇ ਤਾਂ ਹੀ ਆ, ਤਾਂ ਅਸੀਂ ਜੌਬ ਤਾਂ ਅਗਲੇ ਦੀ ਕੀ ਸੋਚਣੀ ਆ। ਪਰ ਇਹ ਚੀਜ਼ ਤਾਂ ਦੇਖੋ, ਜਿਹੜੇ ਉਹਨੂੰ ਯੂਜ਼ ਕਰਨ ਵਾਲੇ ਨੇ ਉਹਨਾਂ ਦੀ ਸੋਚ ਆਪਾਂ ਨੂੰ ਪਤਾ ਜੀ। ਇਸ ਚੀਜ਼ ਨੂੰ ਤਾਂ ਹੁਣ ਸਾਡੀਆਂ ਗਵਰਨਮੈਂਟਸ ਨੂੰ ਰਿਵਿਊ ਕਰਨਾ ਚਾਹੀਦਾ ਨਾ, ਜੋ ਤੁਹਾਨੂੰ ਪਤਾ ਹੈ ਕਿ ਤੁਹਾਡਾ ਪ੍ਰੋਗਰਾਮ ਇਸ ਤਰ੍ਹਾਂ ਯੂਜ਼ ਹੋ ਰਿਹਾ, ਇਹ ਤਾਂ ਜਸਟ ਇੱਕ ਕੈਨੇਡਾ 'ਚ ਦਾਖਲ ਹੋਣ ਦਾ ਇੱਕ ਟੂਲ ਬਣ ਗਿਆ ਜੀ। ਜੇ ਹੁਣ ਤੁਸੀਂ ਇਹਨੂੰ ਫਿਰ ਵੀ ਰਿਵਿਊ ਨਹੀਂ ਕਰਦੇ, ਜਿਵੇਂ ਅਸੀਂ ਹੁਣ ਇੱਥੇ ਓਪਨਲੀ ਗੱਲ ਕਰ ਰਹੇ ਹਾਂ ਜੀ, ਜੇ ਇੰਨੀ ਕਾਮਨ ਹੈ, ਜੇ ਅਸੀਂ ਵੀ ਗੱਲ ਕਰ ਰਹੇ ਹਾਂ ਇੰਨੀ ਕਾਮਨ ਹੈ, ਤੇ ਗਵਰਨਮੈਂਟ ਨੂੰ ਵੀ ਇਹ ਪਤਾ ਹੋਣੀ ਚਾਹੀਦੀ ਹੈ, ਪਤਾ ਜੀ, ਤੇ ਫਿਰ ਵੀ ਜੇ ਉਹ ਰਿਵਿਊ ਨਹੀਂ ਕਰਦੇ, ਦੈਟ ਮੀਨਸ ਉਹ ਆਪਣੀ ਰਿਸਪੌਂਸਿਬਿਲਿਟੀ ਤੋਂ ਭੱਜ ਰਿਹਾ। Yeah, maybe they don't know the ground realities ਕੀ ਹੋ ਰਹੀਆਂ ਜੀ। I think definitely it's time to review or reform these things actually. ਮਤਲਬ ਇਹ ਥੋੜਾ ਕਿ ਅਸੀਂ ਉਦੋਂ ਹੀ ਜਾਗਣਾ ਹੈ ਜਦੋਂ ਸੁਸਾਈਡ ਹੋਣੇ ਸ਼ੁਰੂ ਹੋ ਜਾਣ, ਬਿਲਕੁਲ ਉਸ ਤੋਂ ਪਹਿਲਾਂ ਜਾਗਣਾ ਚਾਹੀਦਾ। I think we are very late now, ਹੁਣ ਜਿਸ ਤਰ੍ਹਾਂ ਦੀਆਂ ਤਾਂ ਹੁਣ ਸਰਫੇਸ ਤੇ ਚੀਜ਼ਾਂ ਆ ਰਹੀਆਂ, ਪਹਿਲਾਂ ਪਤਾ ਨਹੀਂ ਇੰਨੇ ਸਾਲਾਂ ਤੋਂ ਇਹ ਚੀਜ਼ਾਂ ਚੱਲੀ ਜਾ ਰਹੀਆਂ ਸੀਗੀਆਂ, but now it is coming up big time. I guess this is very important factor in our community as well. ਤੇ ਦੂਸਰੇ ਪਾਸੇ ਇਹ ਵੀ ਹੈ ਜੀ, ਚਲੋ ਮੰਨਿਆ
ਅਸੀਂ ਹੁਣ ਜਿਹੜੇ ਸਟੂਡੈਂਟਸ ਦੇ ਪੱਖੋਂ ਆਪਾਂ ਸੋਚੀਏ, ਅਸੀਂ ਇਹਦਾ ਪ੍ਰੋਬਲਮ ਹੋ ਗਈਆਂ ਜੀ, ਪਰ ਸਾਡੇ ਕੋਲ ਹੱਥ ਵਿੱਚ ਇਸ ਵੇਲੇ ਕੀ ਸੋਲੂਸ਼ਨ ਹੈ? ਅਸੀਂ ਹੁਣ ਬਾਏ ਦ ਟਾਈਮ ਗਵਰਨਮੈਂਟ ਬ੍ਰਿੰਗ ਸਮਥਿੰਗ ਅਪ ਐਕਚੁਅਲੀ ਐਂਡ ਆਲ ਦੈਟ, ਅਸੀਂ ਕੀ ਕਰ ਸਕਦੇ ਹਾਂ ਇਸ ਵੇਲੇ? ਅਤੇ ਇਹੀ ਹੈ ਜੀ ਕਿ ਫਸਟ ਆਫ ਆਲ ਟੂ ਬੀ ਅਵੇਅਰ ਆਫ ਇਟ। ਮਤਲਬ ਬੱਚਿਆਂ ਨੂੰ ਤਾਂ ਇਹੀ ਕਹਿਣਾ ਆਪਾਂ ਚਾਹਾਂਗੇ ਕਿ ਬੀ ਅਵੇਅਰ ਆਫ ਇਟ ਐਕਚੁਅਲੀ। ਤੁਸੀਂ ਆਪਣਾ ਫੋਕਸ ਸਿਰਫ ਇੱਥੇ ਵਰਕ ਪਰਮਿਟ ਲੈਣ 'ਤੇ ਨਾ ਰੱਖੋ, ਜਾਂ ਸਟੂਡੈਂਟ ਵੀਜ਼ਾ ਲੈਣ 'ਤੇ ਨਾ ਰੱਖੋ, ਜਾਂ ਸਿੰਪਲ ਗ੍ਰੈਜੂਏਸ਼ਨ 'ਤੇ ਨਾ ਰੱਖੋ, ਜਾਂ ਸਿੰਪਲ PR 'ਤੇ ਨਾ ਰੱਖੋ, ਕਿਉਂਕਿ ਤੁਸੀਂ PR ਲੈਣ ਤੋਂ ਬਾਅਦ ਵੀ ਤੁਸੀਂ ਔਰ ਜੋਬਾਂ ਹੀ ਕਰਨੀਆਂ ਤਾਂ ਤੁਸੀਂ ਜ਼ਰੂਰ ਇੰਨੇ ਪੈਸੇ ਲਾਉਣੇ ਸੀ। ਸੋ ਉਹਨੂੰ ਦੇਖ ਕਰ ਆਪਣਾ ਐਂਡ ਗੋਲ ਨਾ ਤੁਸੀਂ ਬੈਕ ਟਰੈਕ ਕਰੋ, ਨਾ ਕਿ ਤੁਸੀਂ ਮੋਹਰਿਓਂ ਦੇਖਣ ਦੀ ਕੋਸ਼ਿਸ਼ ਕਰੋ ਕਿ ਵੀ ਮੈਂ ਸੋਚਦਾ ਹਾਂ ਕਿ ਜਦੋਂ ਮੈਂ 20 ਸਾਲ ਦਾ ਸੀਗਾ ਤਾਂ ਮੈਂ ਸੋਚਦਾ ਕਿ ਵੀ ਮੈਂ ਆਹ ਚੀਜ਼ ਬਣਨਾ ਆ ਜੀ, ਆਈ ਵਾਂਟ ਟੂ ਬਿਕਮ ਦੈਟ। ਫਿਰ ਉਸ ਨੂੰ ਆਪਣੀ ਮੈਪਿੰਗ ਵਾਪਸ ਕਰੋ ਕਿ ਵੀ ਮੈਂ ਬਣ ਸਕਦਾ ਕਿ ਨਹੀਂ ਬਣ ਸਕਦਾ, ਕਿ ਮੈਂ ਉਸ ਲੈਵਲ 'ਤੇ ਜਾਂ ਉੱਦਾਂ ਦੀ ਜੋਬ ਮੈਂ ਕਰ ਸਕਦਾ ਨਹੀਂ ਕਰਦਾ। ਤੁਹਾਡਾ ਫੋਕਸ ਉਹ ਹੋਣਾ ਚਾਹੀਦਾ ਮਕਸਦ, ਦੈਨ ਤੁਹਾਡੇ ਚੀਜ਼ਾਂ ਨਾ ਲਾਈਨ ਵਿੱਚ ਆ ਸਕਦੀਆਂ। ਅਤੇ ਇਸ ਵੇਲੇ ਅਸੀਂ ਇਹੀ ਕਹਿ ਸਕਦੇ ਹਾਂ ਕਿ ਜੀ ਫੋਰ ਐਗਜ਼ਾਮਪਲ ਟ੍ਰੇਡਸ ਜਿਹੜਾ ਹੈਗੇ, ਆਪਾਂ ਟ੍ਰੇਡਸ ਇਜ਼ ਵਾਈਡ ਫੀਲਡ ਐਕਚੁਅਲੀ। ਟ੍ਰੇਡਸ ਦੇ ਵਿੱਚ ਜੋਬਸ ਇਜ਼ ਅਨਲਿਮਿਟਿਡ ਰਾਈਟ ਨਾਓ, ਈਵਨ ਹੁਣ ਵੀ ਬੇਸ਼ੱਕ ਅਸੀਂ ਕੰਸਟਰਕਸ਼ਨਸ ਦੇ ਵਿੱਚ ਦੇਖ ਲਈਏ, ਬੇਸ਼ੱਕ ਅਸੀਂ ਫਰਨੀਚਰ ਕੈਬਨਿਟਰੀ ਇਸ ਤਰ੍ਹਾਂ ਦੇ। ਇਸ ਪਾਸੇ ਚੱਲਣਾ ਚਾਹੁੰਦਾ ਜੀ। ਮੰਨ ਲਿਆ ਕਿਹੜੇ ਸੈਕਟਰ ਨੇ ਜਿਨ੍ਹਾਂ ਦੇ ਵਿੱਚ ਇਸ ਵੇਲੇ ਵਰਕਰਸ ਦੀ ਕਮੀ ਆ? ਕੰਸਟਰਕਸ਼ਨ ਸਭ ਤੋਂ ਜ਼ਿਆਦਾ, ਵੈਸੇ ਤਾਂ ਸਾਰਿਆਂ 'ਚ ਹੀ ਆ, ਪਰ ਯੈਸ ਦਿਸ ਇਜ਼ ਦ ਵਨ ਮੋਰ ਪ੍ਰੈਵਲੈਂਟ। ਕਿਹੜੇ ਪ੍ਰੋਗਰਾਮ ਨੇ ਮਤਲਬ ਜਿਹੜੇ ਸੈਕਟਰ ਨੇ ਜਿੱਥੇ ਵਰਕਰਸ ਦੀ ਕਮੀ ਆ? ਐਨੀ ਟ੍ਰੇਸ ਲੈ ਲਓ ਜੀ ਤੁਸੀਂ, ਕੰਸਟਰਕਸ਼ਨਸ ਲੈ ਲਓ, ਰੈਨੋਵੇਸ਼ਨਸ ਲੈ ਲਓ ਤੁਸੀਂ, ਪਲੰਬਰਸ ਹੋ ਗਏ, ਕਿਉਂਕਿ ਕੰਸਟਰਕਸ਼ਨ ਇਜ਼ ਅ ਬਿਗ ਇੰਡਸਟਰੀ। ਜਾਂ ਹੋਰ ਜਿਹੜੀਆਂ ਸਕਿਲਡ ਜਿਹੜੀਆਂ ਜੌਬਸ, ਐਨੀ ਸਕਿਲਡ ਜਿਹੜੇ ਹੁਣ ਜਿੰਨੇ ਇਹ ਪ੍ਰੋਗਰਾਮ ਨੇ, ਸਟੂਡੈਂਟ ਪ੍ਰੋਗਰਾਮ ਨੇ, ਇੰਟਰਨੈਸ਼ਨਲ ਪ੍ਰੋਗਰਾਮ, ਇਹਨਾਂ ਕਿਸੇ ਸੈਕਟਰ ਵਾਸਤੇ ਸਟੂਡੈਂਟ ਨਹੀਂ ਟ੍ਰੇਨ ਕਰ ਰਹੇ? ਹੋ ਰਹੇ ਆ ਜੀ, ਥੋੜ੍ਹੇ ਹੋਣਗੇ, ਲੋਕਾਂ ਨੂੰ ਪਤਾ ਨਹੀਂ ਜੀ, ਸਟੂਡੈਂਟ ਨਹੀਂ ਆਉਣਾ, ਮਤਲਬ ਦੇ ਆਰ ਨਾਟ ਅਵੇਅਰ ਆਫ ਇਟ। ਸਾਡਾ ਕਾਲਜ ਖੁਦ ਰੈਨੋਵੇਸ਼ਨ ਕੰਸਟਰਕਸ਼ਨ ਟੈਕਨੀਸ਼ੀਅਨਸ ਦਾ 8 ਮਹੀਨੇ ਦਾ ਪ੍ਰੋਗਰਾਮ ਅਸੀਂ ਰਨ ਕਰਦੇ ਹਾਂ। ਪੂਰਾ 2 ਬੈਡਰੂਮ ਦਾ ਘਰ ਵੇਅਰ ਹਾਊਸ ਦੇ ਵਿੱਚ ਬਣਾਉਂਦੇ ਆ, ਇੱਕਦਮ ਸਕਰੈਚ ਤੋਂ ਲੈ ਕੇ। ਅੱਛਾ ਤੁਸੀਂ ਦੱਸੋ ਕਿ ਕਿੰਨੇ ਸਟੂਡੈਂਟ ਸਾਡੇ ਗ੍ਰੈਜੂਏਟ ਹੁੰਦੇ ਹੋਣਗੇ ਇੰਡੀਅਨ ਸਟੂਡੈਂਟਸ? ਦੂਸਰੀ ਕਮਿਊਨਿਟੀਜ਼ ਦੇ ਜ਼ਿਆਦਾ, 10% ਸਿਰਫ ਇੰਡੀਅਨ ਸਟੂਡੈਂਟ ਸਾਡੇ ਕੋਲ, 90% ਅਦਰ ਕਮਿਊਨਿਟੀਜ਼ ਦੇ ਆਰ ਟੇਕਿੰਗ ਐਡਵਾਂਟੇਜ। ਬਿਜ਼ਨਸ ਐਡਮਿਨਿਸਟ੍ਰੇਸ਼ਨ ਹੀ ਕਰਦੇ ਨੇ ਜ਼ਿਆਦਾਤਰ। ਬਿਜ਼ਨਸ ਐਡਮਿਨਿਸਟ੍ਰੇਸ਼ਨ ਕਰ ਲਓ, ਬਿਜ਼ਨਸ ਮੈਨੇਜਮੈਂਟ। I tell you very openly ਜੀ, ਬਿਜ਼ਨਸ ਐਡਮਿਨ, ਬਿਜ਼ਨਸ ਮੈਨੇਜਮੈਂਟ ਜਾ ਕੇ ਯੂ ਕੈਨ ਨਾਟ ਮੇਕ ਕਰੀਅਰ ਆਊਟ ਆਫ ਦਿਸ ਐਕਚੁਅਲੀ, ਕਿਉਂਕਿ ਇਹਨਾਂ ਦੇ ਲਈ ਤੁਹਾਨੂੰ ਹੋਰ ਐਕਸਟਰਾ ਸਕਿੱਲਸ ਦੀਆਂ ਵੀ ਲੋੜ ਆ। ਯੂ ਨੀਡ ਟੂ ਹੈਵ a very strong communications, reading, writing, speaking, and other aspect of it if you really want to be successful in the business management or business administration ਦੇ ਵਿੱਚ, ਜਿਹੜਾ ਕਿ ਆਮ ਇੰਟਰਨੈਸ਼ਨਲ ਸਟੂਡੈਂਟ ਲਈ ਨਹੀਂ ਇੰਨਾ ਜ਼ਿਆਦਾ ਸੌਖਾ ਉਹਦੇ ਵਿੱਚ ਬਣਨਾ, ਵੈਰੀ ਹਾਰਡ। ਇੱਥੇ ਤਾਂ ਜਿਹੜੇ ਡੋਮੈਸਟਿਕ ਸਟੂਡੈਂਟਸ ਆ ਉਹ ਨਹੀਂ ਉਹਦੇ ਵਿੱਚ ਜਾ ਪਾ ਰਹੇ, ਬਿਕਾਜ਼ ਜਿਹੜੇ ਬੰਦੇ ਪੁਰਾਣੇ ਤੋਂ ਇਸ ਫੀਲਡ ਦੇ ਵਿੱਚ ਕੰਮ ਕਰਦੇ ਆ, ਦੇ ਆਰ ਮੋਰ ਐਕਸਪਰਟ, ਦੇਅਰ ਐਕਸਪੈਕਟੇਸ਼ਨ ਇਜ਼ ਹਾਈ ਐਜ਼ ਵੈਲ। ਸੋ ਨਵੇਂ ਬੰਦੇ ਨੂੰ ਕਿੱਦਾਂ ਉਹ ਦੇ ਦੇਣਗੇ? ਉਹਨਾਂ ਦੀ ਐਕਸਪੈਕਟੇਸ਼ਨ ਨੂੰ ਮੀਟ ਹੀ ਨਹੀਂ ਕਰਦਾ। ਸੋ ਦਿਸ ਪ੍ਰੋਗਰਾਮ ਇਜ਼, ਸੋ ਦੇ ਹੈਵ ਟੂ ਗੋ ਟੂ ਅ ਸਕਿਲਡ ਟ੍ਰੇਡਸ, ਜਿਹਦੇ ਵਿੱਚ ਕਿ ਤੁਸੀਂ ਹੱਥ ਦੇ ਨਾਲ ਕੰਮ ਕਰਕੇ, ਐਂਡ ਨਾਟ ਓਨਲੀ ਦੈਟ, ਇਫ ਯੂ ਕੰਪੇਅਰ ਫਰੋਮ ਦ ਮਨੀ ਆਸਪੈਕਟ ਆਫ ਇਟ, ਇਟਸ ਹਿਊਜ ਮਨੀ। ਮਤਲਬ ਤੁਸੀਂ ਦੇਖ ਲਓ ਕਿ 35, 40, 50 ਡਾਲਰ ਘੰਟੇ ਦੇ ਹਿਸਾਬ ਦੇ ਨਾਲ ਤੁਹਾਨੂੰ ਸਕਿਲਡ ਟ੍ਰੇਡ ਦੇ ਬੰਦੇ ਮਿਲਦੇ ਆ। ਸੋ ਬੇਸਿਕਲੀ ਜਿਹੜੀ ਸਾਰੀ ਗੱਲ, ਟੌਪਿਕ ਬਹੁਤ ਵੱਡਾ, ਸਾਰੀਆਂ ਗੱਲਾਂ ਤਾਂ ਅਸੀਂ ਇਹਦੇ 'ਚ ਕਵਰ ਨਹੀਂ ਕਰ ਸਕਦੇ, ਪਰ ਜਿੰਨੀ ਕੁ ਜੇ ਥੋੜ੍ਹੇ ਸ਼ਬਦਾਂ 'ਚ ਗੱਲ ਕਹਿਣੀ ਹੋਵੇ ਕਿ ਜਿਹੜੀਆਂ ਕੈਨੇਡਾ ਦੀਆਂ ਲੇਬਰ ਮਾਰਕੀਟ ਦੀਆਂ ਜ਼ਰੂਰਤਾਂ ਨੇ, ਜਿਹਦੇ 'ਚ ਰੌਲਾ ਪਾਇਆ ਜਾਂਦਾ ਵਾਰ-ਵਾਰ, ਇਹ ਇੱਕ ਸਟੈਂਡਰਡ ਆਨਸਰ ਹੁੰਦਾ ਪੋਲੀਟੀਸ਼ੀਅਨਾਂ ਦਾ ਜੀ, ਲੇਬਰ ਸ਼ਾਰਟੇਜ ਬਹੁਤ ਹੈ ਜੀ। ਜਿੱਥੇ ਲੇਬਰ ਸ਼ਾਰਟੇਜ ਹੈ ਜਿਨ੍ਹਾਂ ਸੈਕਟਰ 'ਚ, ਤੁਸੀਂ ਉਹਨਾਂ ਨਾਲ ਆਪਣੇ ਇੰਟਰਨੈਸ਼ਨਲ ਸਟੂਡੈਂਟ ਵੀਜ਼ਾ ਪ੍ਰੋਗਰਾਮ ਨੂੰ ਡਾਇਰੈਕਟਲੀ ਲਿੰਕ ਕਰੋ ਜੀ, ਬਿਲਕੁਲ। ਅਤੇ ਇਸ ਤਰ੍ਹਾਂ ਦੇ ਜਿਹੜਾ ਰਿਵਿਊ ਹੈ ਇਹਦੇ ਕੀਤਾ ਜਾਏ ਹੁਣ ਵੱਡੇ ਸਕੇਲ ਦੇ ਉੱਤੇ, ਉਹਨਾਂ ਨੂੰ ਹਾਈਲਾਈਟ ਕੀਤਾ ਜਾਵੇ, ਉਹਨਾਂ ਨੂੰ ਡਿਫਰੈਂਟ ਪਲੇਟਫਾਰਮ 'ਤੇ ਐਡਵਰਟਾਈਜ਼ ਕੀਤਾ ਜਾਵੇ, ਉਹਨਾਂ ਨੂੰ ਪ੍ਰਮੋਟ ਕੀਤਾ ਜਾਵੇ, ਤਾਂ ਕਿ ਇੱਕ ਆਮ ਬੰਦੇ ਦੀ ਵੀ ਸਮਝ ਵਿੱਚ ਆ ਸਕੇ ਕਿ ਵੀ ਕਿਉਂ ਪ੍ਰਮੋਟ ਕਰ ਰਹੇ ਆ। ਨਹੀਂ ਤਾਂ ਜਿਹੜਾ 12ਵੀਂ ਵਾਲਾ ਬੱਚਾ, ਉਹਨੂੰ ਤਾਂ ਪੁਰਾਣੇ ਜਿਹੜੇ ਸਕਿੱਲਸ ਆ ਉਹੀ ਦੱਸਦੇ ਆ ਨਾ। ਇੰਡੀਆ ਦੇ ਵਿੱਚ ਬੈਠਾ ਬੰਦਾ, ਉਹਨੂੰ ਕੀ ਲੱਗਦਾ? ਉੱਥੇ ਤਾਂ ਉਹਨੂੰ ਲੱਗਦਾ ਕਿ ਵੀ ਮੈਂ, ਤਾਂ ਉਹਨੂੰ ਬੀਚ 'ਤੇ ਇੰਸਟਾਗ੍ਰਾਮ 'ਤੇ ਬੀਚ ਵਾਲੀਆਂ ਫੋਟੋਆਂ ਦਿਸਦੀਆਂ, ਉੱਥੇ ਤਾਂ ਉਹਨੂੰ ਕੋਈ ਸਕਿੱਲ ਵੀ ਨਹੀਂ ਦਿਸਦੀ। ਉੱਥੇ ਤਾਂ ਇਹ ਹਾਲਤ ਬਣ ਚੁੱਕੀ ਹੈ। ਪਰ ਸ਼ਮੀਲ ਜੀ, ਦੂਸਰੇ ਪਾਸੇ ਵੀ ਆਈ ਥਿੰਕ, ਆਈ ਐਮ ਨਾਟ ਐਨ ਇਮੀਗ੍ਰੇਸ਼ਨ ਦੇ ਵਿੱਚ ਤਾਂ ਮੈਨੂੰ ਨਹੀਂ ਜ਼ਿਆਦਾ ਪਤਾ, ਪਰ ਆਈ ਰੈਡ ਐਕਚੁਅਲੀ ਕਿ ਆਈ ਥਿੰਕ ਦੇ ਆਰ ਬ੍ਰਿੰਗਿੰਗ ਸਮ ਕੈਟੇਗਰੀ ਬੇਸਡ ਕੁਛ ਇਮੀਗ੍ਰੇਸ਼ਨ ਦੀ, ਹਾਂਜੀ, ਕੁਛ ਚੀਜ਼ਾਂ ਆ ਰਹੀਆਂ ਮੇਰੇ ਖਿਆਲ ਉਹਨਾਂ ਦੇ ਵਿੱਚ। ਸੋ ਦੇ ਹੈਵ ਟੂ ਬੀ, ਬਟ ਫॉर ਸ਼ੋਰ ਕਿ ਅਸੀਂ ਜਿਹੜਾ ਕੰਜ਼ਿਊਮਰ ਹੈ, ਜਿਹੜਾ ਸਾਡਾ ਸਟੂਡੈਂਟ ਹੈ, ਜਿਹੜਾ ਸਾਡਾ ਯੂਥ ਆ, ਜਿਹਦੇ ਮੋਢਿਆਂ ਦੇ ਉੱਤੇ ਅਸੀਂ ਸੋਚ ਰਹੇ ਹਾਂ ਕਿ ਵੀ ਇਹ ਆ ਕੇ ਸਾਡੀਆਂ ਜਿਹੜੀਆਂ ਇੱਥੇ ਦੀਆਂ ਨੀਡਸ ਨੂੰ ਫੁੱਲਫਿਲ ਕਰੂਗਾ, ਤਾਂ ਆਪਣਾ ਵੀ ਭਵਿੱਖ ਬਣਾਊਗਾ,
ਤਾਂ ਕੈਨੇਡੀਅਨ ਇਕੋਨਮੀ ਦੇ ਵਿੱਚ ਵੀ ਕੰਟਰੀਬਿਊਟ ਕਰੂਗਾ ਨਾ, ਉਹਦਾ ਜਿਹੜਾ ਇੱਕ ਆਪਾਂ ਜੇ ਸਿੰਪਲ ਵਰਡਾਂ ਵਿੱਚ ਦੇਖ ਲਈ ਕਿ ਟ੍ਰੇਡਸ is a first vehicle actually on which they should try to jump onto it actually. That will make their life easier, that will align everything actually to begin with. Trades ਦੇ ਵਿੱਚ, skills trades ਦੇ ਵਿੱਚ ਤੁਹਾਨੂੰ ਮਿਹਨਤ ਕਰਨੀ ਪੈਣੀ ਹੈ. You have to have a focus on that. ਦੇਖੋ ਨੰਬਰਸ ਵੀ ਇੰਪੋਰਟੈਂਟ ਨੇ, ਮੈਂ ਸਮਝਦਾ ਜੀ. ਤੁਸੀਂ ਕਿਸੇ ਸ਼ਹਿਰ 'ਚ ਅਨਲਿਮਿਟਡ ਲੋਕਾਂ ਨੂੰ ਤਾਂ ਟੈਕਸੀ ਲਾਇਸੈਂਸ ਵੀ ਨਹੀਂ ਦੇ ਸਕਦੇ. ਬਿਲਕੁਲ, ਸਾਰੀ ਮਾਰਕੀਟਿੰਗ ਤੁਹਾਡੀ ਖਤਮ ਹੋ ਜਾਏਗੀ. ਬਿਲਕੁਲ. ਇਸੇ ਤਰ੍ਹਾਂ ਮਤਲਬ ਕਿਸੇ ਸ਼ਹਿਰ 'ਚ ਜਿਹੜੇ ਨਵੇਂ ਕਿਸੇ ਕੰਟਰੀ 'ਚ ਨਵੇਂ ਲੋਕ ਆ ਰਹੇ ਨੇ ਜੀ, ਉਹਨਾਂ ਦਾ ਨੰਬਰ ਵੀ ਬੜਾ ਕਰੂਸ਼ਲ ਚੀਜ਼ ਹੈਗੀ ਆ. ਜੇ ਤੁਸੀਂ ਇੱਕ ਸਰਟਨ ਨੰਬਰ ਤੋਂ ਵੱਧ ਲੋਕ ਹਰ ਸਾਲ ਬੁਲਾ ਲਓਗੇ ਸਟੂਡੈਂਟ, ਤਾਂ ਉਹ ਕਿਸੇ ਵੀ ਸਟੂਡੈਂਟ ਨੂੰ ਜੌਬ ਨਹੀਂ ਮਿਲੇਗੀ. ਜਿਵੇਂ ਉਹਦੀ ਇੱਕ ਐਗਜ਼ਾਮਪਲ ਇਹ ਹੈ ਕਿ ਜਦੋਂ ਦਾ ਗਵਰਨਮੈਂਟ ਨੇ ਅਨਾਊਂਸ ਕੀਤਾ ਕਿ ਇਹ 20 ਆਵਰ ਦੀ ਲਿਮਿਟ ਹਟਾਈ ਹੈ ਜੀ, ਉਹਦੇ ਨਾਲ ਐਕਚੁਅਲੀ ਸਟੂਡੈਂਟ ਨੂੰ ਪ੍ਰੋਬਲਮ ਆ ਗਈ, ਕਿਉਂਕਿ ਹੁਣ ਜੌਬ ਸ਼ੇਅਰ ਨਹੀਂ ਹੁੰਦੀਆਂ. ਜਿਹੜਾ ਪਹਿਲਾਂ ਲੱਗਿਆ ਉਹ ਉਸੇ ਦੀ 40 ਘੰਟੇ ਦੀ ਹੋ ਗਈ, ਨਵੇਂ ਨੂੰ 20 ਵੀ ਨਹੀਂ ਮਿਲਦੇ ਜੀ. ਬਿਲਕੁਲ. ਸੋ ਨੰਬਰਸ ਵੀ ਇੰਪੋਰਟੈਂਟ ਨੇ. ਇਹ ਤਾਂ ਗਵਰਨਮੈਂਟ ਨਾ ਹੋਲਿਸਟਿਕਲ ਲੈਵਲ ਦੇ ਹੋਲਿਸਟਿਕ ਪੁਆਇੰਟ ਆਫ ਵਿਊ ਨਾਲ ਇਹਨੂੰ ਕਵਰ ਕਰਨ ਦੀ ਲੋੜ ਹੈ, ਨਾ ਕਿ ਅਸੀਂ ਇੱਕ ਏਰੀਆ ਨੂੰ ਫੜ ਕੇ ਉਹਨੂੰ ਫਿਕਸ ਕਰਨ ਦੀ ਸੋਚ ਲੱਗ ਪਈ ਹੈ ਤਾਂ ਉਹਨੂੰ ਫਿਕਸ ਕਰ ਦਈਏ. ਸੋ ਦੈਟ ਵਿਲ ਕ੍ਰੀਏਟ ਐਨ ਇੰਬੈਲੈਂਸ ਔਨ ਅਦਰ ਥਿੰਗਸ ਐਜ਼ ਵੈਲ, ਐਂਡ ਥੀਸ ਥਿੰਗਸ ਕੈਨ ਓਨਲੀ ਬੀ ਡਨ ਬਾਏ ਦ ਗਵਰਨਮੈਂਟ ਲੈਵਲ, ਜਿਹੜਾ ਉਹਨਾਂ ਦਾ ਆਪਣਾ ਫਰੇਮਵਰਕ ਹੈ ਜਿਹਦੇ ਥਰੂ ਇੱਕ ਪ੍ਰੋਗਰਾਮ ਰਨ ਕਰਦੇ ਆ, ਜਿਨ੍ਹਾਂ ਨੇ ਡਿਜ਼ਾਈਨ ਕੀਤਾ. ਦੇ ਨੋ ਕਿ ਇਹਦੇ ਕੀ ਹੁਣ ਕਮੀਆਂ ਪੇਸ਼ੀਆਂ ਆ ਗਈਆਂ, ਤੁਹਾਨੂੰ ਡਿਜ਼ਾਈਨ ਚੇਂਜ ਕਰਨ ਦੀ ਲੋੜ ਆ, ਇਹਨੂੰ ਦੁਬਾਰਾ ਤੋਂ ਨਾ ਫਿਰ ਆਰਕੀਟੈਕਟ ਕਰਨ ਦੀ ਲੋੜ ਹੈ. ਹਾਂਜੀ. ਸੋ ਆਈ ਥਿੰਕ ਦਿਸ ਇਜ਼ ਵੇਅਰ ਵੀ ਆਰ ਐਕਚੁਅਲੀ ਇਸ ਟਾਈਮ ਦੇ ਵਿੱਚ ਕ੍ਰੂਸ਼ਲ ਹੈਗੇ. ਸੈਕੰਡਲੀ ਇਹ ਵੀ ਹੈ ਕਿ ਜਿਹੜੇ ਹੁਣ ਬੱਚੇ ਇੱਥੇ ਆ ਚੁੱਕੇ ਆ ਜੀ, ਹਾਊ ਉਹਨਾਂ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਫਰਦਰ ਗਾਈਡ ਕਰ ਸਕਦੇ ਆ. ਅਦਰਵਾਈਜ਼ ਉਹ ਬੱਚੇ ਵੀ ਸਭ ਤੋਂ ਜ਼ਿਆਦਾ ਸਫਰ ਉਹ ਕਰ ਰਹੇ ਆ, ਐਂਡ ਦੇ ਆਰ ਵੈਰੀ ਵਨਰੇਬਲ ਐਜ਼ ਵੈਲ, ਕਿਉਂਕਿ ਉਹ ਗਲਤ ਬੱਸ 'ਤੇ ਚੜ੍ਹੇ ਹੋਏ ਆ, ਜਾਂ ਜਿਹੜੇ ਚੜ੍ਹੇ ਸੀਗੇ ਕਿਉਂਕਿ ਉਹੀ ਉਹਨਾਂ ਨੂੰ ਪਤਾ ਸੀਗਾ. ਉਹਨਾਂ ਦਾ ਆਪਣੇ ਜਿਹੜੇ ਵੀ ਅੱਡੇ 'ਤੇ ਰਿਹਾ ਕੇ ਉਹਨਾਂ ਨੂੰ ਲਾ ਦਿੱਤਾ. ਹੁਣ ਅੱਡਾ ਦੇ ਆਲੇ ਦੁਆਲੇ ਤਾਂ ਜੰਗਲ ਆ, ਨਾ ਉਹਨਾਂ ਨੂੰ ਸਮਝ ਆ ਰਹੀ ਹੈ, ਕਦੇ ਉਹ ਵਿਚਾਰੇ ਇੱਧਰ ਨੂੰ ਜਾ ਰਹੇ, ਕਦੇ ਉੱਧਰ ਨੂੰ ਜਾ ਰਹੇ, ਨਾ ਕਿ ਇੰਨੇ ਪੈਸੇ ਆ, ਮਹਿੰਗਾਈ ਅੱਗੇ ਹੋ ਗਈ ਆ. ਦੇ ਡੋਂਟ ਹੈਵ ਐਨ ਆਪਸ਼ਨ ਲੈਫਟ, ਦੇ ਆਰ ਬਿਕਮਿੰਗ ਕੀ ਉਹਨੂੰ ਕਹਿੰਦੇ ਆ ਜੀ, ਇਟਸ ਲਾਈਕ ਯੂ ਫੀਲ ਲਾਈਕ ਐਨ ਔਰਫਨ ਕਿ ਵੀ ਮੈਂ ਹੁਣ ਕੀ ਕਰਾਂ, ਨਾ ਅਸੀਂ ਪਿੱਛੇ ਜਾ ਸਕਦੇ, ਨਾ ਅਸੀਂ ਅੱਗੇ ਜਾ ਸਕਦੇ. ਸੋ ਥੀਸ ਕਿਡਸ ਦੇ ਹੈਵ ਟੂ ਮੇਕ ਸ਼ੋਰ ਦੈਟ ਕਿ ਵੀ ਹਜੇ ਵੀ ਨਹੀਂ ਜੇ ਤੁਹਾਡਾ ਕਰ ਸਕਦੇ ਆ, ਐਂਡ ਇਫ ਯੂ ਆਰ ਮਿਹਨਤੀ ਦੈਨ ਗੈਟ ਇਨ ਟੂ ਦ ਸਕਿੱਲ ਟ੍ਰੇਡਸ, ਗੈਟ ਇਨ ਟੂ ਦੈਟ. ਉਹਦੇ ਵਿੱਚ ਤੁਸੀਂ ਛੋਟੀ ਮੋਟੀ ਜੋਬ ਹੀ ਕਰਨੀ ਸ਼ੁਰੂ ਕਰ ਦਿਓ. ਐਟਲੀਸਟ ਤੁਹਾਨੂੰ ਪਤਾ ਲੱਗੂਗਾ ਕਿ ਯੂ ਹੈਵ ਟੂ ਟੇਸਟ, ਯੂ ਕੈਨ ਟੇਸਟ ਆਫ ਇਟ ਐਕਚੁਅਲੀ ਕਿੱਦਾਂ. ਐਂਡ ਦੇਰ ਸੋ ਐਂਡ ਇਟਸ ਵੈਰੀ ਈਜ਼ੀ. ਆਪਾਂ ਕਈ ਜਿਹੜੇ ਸਕਿੱਲਸ ਟ੍ਰੇਡਸ ਹੈ ਜੀ, ਰੈੱਡ ਸੀਲ ਸਰਟੀਫਿਕੇਸ਼ਨਸ ਹੈਗੀ ਹੈ ਗਵਰਨਮੈਂਟ ਦੀ ਵੈਬਸਾਈਟ ਦੇ ਉੱਤੇ, ਸੋ ਮੈਨੀ ਆਫ ਸਕਿੱਲ ਟ੍ਰੇਡਸ ਐਕਚੁਅਲੀ. ਤੁਸੀਂ ਉਹਨਾਂ ਦੇ ਵਿੱਚੋਂ ਕਿਸੇ ਨੂੰ ਵੀ ਇੱਕ ਨੂੰ ਫੜ ਲਓ, ਐਂਡ ਦੈਨ ਨਾਟ ਓਨਲੀ ਕਿ ਤੁਸੀਂ ਜਾ ਕੇ ਫਿਰ 2-3 ਸਾਲ 4 ਸਾਲ ਪੜ੍ਹਨਾ ਹੈ, ਯੂ ਡੋਂਟ ਹੈਵ ਟੂ ਬੀ, ਯੂ ਕੈਨ ਜਸਟ ਸਿੰਪਲੀ ਬੀ 4 ਤੋਂ 6 ਹਫ਼ਤੇ ਦੇ ਵੀ ਜਿਹੜੇ ਸਕਿੱਲਸ ਦੇ ਕੋਰਸਿਸ ਹੈਗੇ ਆ, ਜਸਟ ਟੇਕ ਦੈਟ ਐਜ਼ ਵੈਲ. ਬੀ ਅ ਪ੍ਰੋਫੈਸ਼ਨਲ ਪੇਂਟਰ ਫੋਰ ਐਗਜ਼ਾਮਪਲ ਅਸੀਂ ਲੈ ਲਈਏ. ਜੇ ਤੁਹਾਡੇ ਕੋਲ ਤੁਹਾਡੇ ਕੋਲ ਹੱਥ ਵਿੱਚ ਇੱਕ ਤਰ੍ਹਾਂ ਦੀ ਸਕਿੱਲਸ ਬੜੀ ਸਟਰੋਂਗਲੀ ਆ ਜਾਂਦੀ ਹੈ ਨਾ, ਦੇਰ ਆਰ ਮੈਨੀ ਓਪਰਚੁਨਿਟੀਜ਼, ਹਿਊਜ ਓਪਰਚੁਨਿਟੀਜ਼. ਅੱਛਾ, ਸੈਕੰਡਲੀ ਇਹ ਵੀ ਆ, ਹੁਣ ਰੀਸੈਂਟਲੀ ਜਿਹੜਾ ਪਿਛਲੇ ਮਹੀਨੇ ਮੈਨੂੰ ਪਤਾ ਲੱਗਾ ਕਿ ਵੀ ਯਾਰ ਆਈ ਥਿੰਕ ਹੁਣੇ ਹੀ ਹੋਇਆ ਰੀਸੈਂਟਲੀ ਕਿ ਵੀ ਜਿਨ੍ਹਾਂ ਕੋਲ ਵਰਕ ਪਰਮਿਟ ਹੈਗਾ ਆ, ਨਾਓ ਦੇ ਕੈਨ ਸਟੱਡੀ ਐਜ਼ ਵੈਲ. ਉਹ ਪਹਿਲਾਂ ਕੀ ਸੀਗਾ ਕਿ ਜੇ ਤੁਹਾਡੇ ਕੋਲ ਵਰਕ ਪਰਮਿਟ ਹੈਗਾ ਤਾਂ ਤੁਸੀਂ ਸਟੱਡੀ ਨਹੀਂ ਕਰ ਸਕਦੇ ਸੀਗੇ, ਜਾਂ ਇਸ ਤਰ੍ਹਾਂ ਦੇ ਕੁਛ ਚੀਜ਼ਾਂ ਸੀਗੀਆਂ. I think they are allowing that as well, so that the government has identified ਕਿ ਵੀ ਜਿਨ੍ਹਾਂ ਨੇ ਇੱਕ ਵਰਕ ਪਰਮਿਟ ਦੇ ਉੱਤੇ ਉਹਨਾਂ ਨੂੰ ਮਿਲ ਗਿਆ ਆ, ਓਪਨ ਵਰਕ ਪਰਮਿਟ ਮਿਲ ਗਿਆ ਆ, ਅਤੇ ਉਹ ਉਸ ਆਪਣੀ ਫੀਲਡ ਦੇ ਵਿੱਚ ਕਿਤੇ ਵਿੱਚ ਨਹੀਂ ਕਰ ਰਹੇ, ਤਾਂ ਦੇ ਸ਼ੁੱਡ ਗੋ ਬੈਕ. ਐਂਡ ਨਾਲੇ ਸਮਝ ਲਈਏ ਕੋਰਸਿਸ ਮਹਿੰਗੇ ਵੀ ਨਹੀਂ ਆ. ਆਈ ਮੀਨ ਹਾਰਡਲੀ ਅਸੀਂ ਕਿੰਨੇ ਪੈਸੇ ਸਾਡੇ ਬੱਚੇ ਖਰਾਬ ਕਰਦੇ ਆ ਇਹਨਾਂ ਹੋਰ ਪੁੱਠੀਆਂ ਸਿੱਧੀਆਂ ਚੀਜ਼ਾਂ ਦੇ ਉੱਤੇ. all they have to invest a little bit money actually into these courses actually ਜਿਹੜੇ ਕਿ ਪਾਰਟ ਟਾਈਮ ਵੀ ਕਰ ਸਕਦੇ ਆ. ਸੋ ਗੱਲ ਆਪਾਂ ਇੱਥੇ ਨਿਬੇੜ ਸਕਦੇ ਹਾਂ ਕਿ ਗਵਰਨਮੈਂਟ ਨੂੰ ਲਾਰਜ ਸਕੇਲ ਰਿਵਿਊ ਕਰਨਾ ਚਾਹੀਦਾ ਜੀ, ਤੇ ਹਰ ਜਿਹੜਾ ਸਟੂਡੈਂਟ ਹੁਣ ਆ ਚੁੱਕਿਆ, ਤਾਂ ਜਿਹੜੇ ਪੇਰੈਂਟਸ ਵਾਲੇ ਭੇਜਣਾ ਚਾਹੁੰਦੇ ਨੇ ਸਟੂਡੈਂਟਸ ਨੂੰ, ਉਹਨਾਂ ਨੂੰ ਆਪਣਾ ਪਰਸਨਲ ਲੈਵਲ 'ਤੇ ਰਿਵਿਊ ਕਰਨ ਦੀ, ਰੀਥਿੰਕ ਕਰਨ ਦੀ ਲੋੜ ਹੈ ਕਿ ਅਸੀਂ ਕਿਸ ਡਾਇਰੈਕਸ਼ਨ 'ਚ ਜਾਣਾ. ਨਹੀਂ ਤਾਂ ਫਿਰ ਇਹ ਪ੍ਰੋਬਲਮ ਜਿਹੜੀਆਂ ਅਸੀਂ ਰੋਜ਼ ਡਿਸਕਸ ਕਰਦੇ ਹਾਂ, ਇਹਨਾਂ ਦਾ ਫਿਰ ਕੋਈ ਅੰਤ ਨਹੀਂ ਹੈ. ਉਹਨਾਂ ਨੂੰ ਇਹ ਉੱਥੋਂ ਤੁਰਨ ਤੋਂ ਪਹਿਲਾਂ ਪਤਾ ਹੋਵੇ ਕਿ ਮੈਂ ਇਸ ਆਕਿਊਪੇਸ਼ਨ ਦੇ ਵਿੱਚ 2 ਸਾਲਾਂ ਦੇ ਵਿੱਚ ਉਹ ਜੋਬ ਕਰਨੀ ਆ, ਉਹ ਮਕਸਦ ਰਹਿ ਕੇ ਉੱਥੋਂ ਆਪਣੀ ਪਲੈਨਿੰਗ ਸ਼ੁਰੂ ਕਰਨ ਨੂੰ. ਬਹੁਤ ਸ਼ੁਕਰੀਆ ਜੀ, ਥੈਂਕ ਯੂ.